ਵੀ ਆਰ ਲਾਈਵ ਨਾਓ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਅਸਲਾਮ ਵਾਲੇਕੁਮ। ਹਾਂਜੀ, ਅੱਜ ਬੋਲ ਨਹੀਂ ਰਹੇ ਬੱਚੇ। ਕਮੈਂਟ ਸ਼ੋ ਨਹੀਂ ਹੋ ਰਹੇ ਇੱਥੇ। ਲਾਈਵ ਚੈਟ, ਹਾਂ ਠੀਕ ਹੈ। ਹਾਂਜੀ, ਜਲਦੀ ਕਲਾਸ ਜੁਆਇਨ ਕਰੋ ਤਾਂ ਜੋ ਆਪਾਂ ਸਟਾਰਟ ਕਰੀਏ ਆਪਣਾ ਇੱਕ ਲਾਸਟ ਟੌਪਿਕ। ਫਿਰ ਉਸ ਤੋਂ ਬਾਅਦ ਅੱਜ ਕੁਛ ਕੁਐਸਚਨਸ ਨੇ ਨੀਅਰ ਅਬਾਊਟ 10 to 12 ਦੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਕਰਨ ਜੀ, ਗੁੱਡ ਮੋਰਨਿੰਗ। ਸ਼ਿਮਲਾ ਰਾਣੀ, ਸਤਿ ਸ਼੍ਰੀ ਅਕਾਲ ਜੀ। 10 ਕੇ 12 ਕੁਐਸਚਨਸ ਐਵੇਂ ਦੇ ਨੇ। ਅਤੇ ਇੱਕ ਹੋਰ ਬੜੀ ਵਧੀਆ ਗੱਲ, ਇਸ ਵਾਰ ਕੁਐਸਚਨਸ ਦੇ ਵਿੱਚ 5 ਆਪਸ਼ਨਸ ਨੇ, ਇੱਕ ਕੁਐਸਚਨ ਦੀਆਂ 5 ਆਪਸ਼ਨ। ਠੀਕ ਹੈ। ਹਾਂਜੀ, ਗੁੱਡ ਮੋਰਨਿੰਗ ਨਵਜੋਤ, ਗੁੱਡ ਮੋਰਨਿੰਗ ਵਿਕਾਸ ਥਿੰਦ। ਗੁੱਡ ਮੋਰਨਿੰਗ ਅਨਮੋਲ। ਹਾਂਜੀ, ਜਲਦੀ ਕਲਾਸ ਜੁਆਇਨ ਕਰੋ ਸਾਰੇ ਤਾਂ ਜੋ ਆਪਾਂ ਸਟਾਰਟ ਕਰੀਏ। ਅਗਰ ਕਿਸੇ ਦਾ ਕੋਈ ਫਰੈਂਡ ਜਿਹੜਾ ਹੈ ਉਹ ਕਲਾਸ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈ ਤਾਂ ਇੱਕ ਵਾਰ ਉਹਨੂੰ ਥੋੜ੍ਹਾ ਜਿਹਾ ਇਨਫੋਰਮ ਕਰ ਦਿਓ ਕਿ ਕਲਾਸ ਸਟਾਰਟ ਹੋ ਗਈ ਹੈ ਆਪਣੀ। ਹਾਂਜੀ, ਗੁੱਡ ਮੋਰਨਿੰਗ ਵਰਿੰਦਰ ਕੰਬੋਜ। ਅੱਜ ਦੇ ਕੁਛ ਕੁਐਸਚਨਸ ਨੇ, ਜਲਦੀ ਹੀ ਆਪਣਾ ਲਾਸਟ ਟੌਪਿਕ ਹੈ ਨਰਵਸ ਵਾਲਾ, ਨਰਵ ਸੈੱਲ ਵਾਲਾ। ਠੀਕ ਹੈ। ਹਾਂਜੀ, ਗੁੱਡ ਮੋਰਨਿੰਗ ਪੂਜਾ ਜੀ, ਗੁੱਡ ਮੋਰਨਿੰਗ। ਠੀਕ ਹੈ। ਆਪਣਾ ਇਹ ਲਾਸਟ ਟੌਪਿਕ ਹੈ। ਇਹਦੇ ਬਾਰੇ ਜਦੋਂ ਹੀ ਆਪਣਾ ਇਹ ਚਰਚਾ ਜਿਹੜੀ ਹੈ ਖ਼ਤਮ ਹੋਏਗੀ ਤਾਂ ਆਪਾਂ ਉਹ ਕੁਐਸਚਨਸ ਵੱਲ ਜਾਵਾਂਗੇ। 5 ਆਪਸ਼ਨਸ ਨੇ, ਬੜਾ ਹੀ ਵਧੀਆ ਕੁਐਸਚਨ, ਬੜੀਆਂ ਹੀ ਵਧੀਆ ਆਪਸ਼ਨ ਸੈੱਟ ਕਰਕੇ ਲਿਆਂਦੀਆਂ ਨੇ ਤੁਹਾਡੇ ਲਈ। ਜਿੱਥੇ ਅੱਗੇ 25% ਚਾਂਸ ਹੁੰਦੇ ਸੀਗੇ ਤੁੱਕਾ ਮਾਰਨ ਤੋਂ ਬਾਅਦ ਸਹੀ ਹੋਣ ਦੇ, ਹੁਣ ਉਹ ਵੀ ਘਟਾ ਤੇ ਆਪਾਂ ਥੋੜ੍ਹੇ ਜਿਹੇ। ਅਤੇ ਦੇਖਦੇ ਹਾਂ ਹੁਣ ਫਿਰ ਕਿਹੜਾ ਸਹੀ ਜਵਾਬ ਦਿੰਦਾ। ਅੱਜ ਕੁਐਸਚਨ ਕਾਫੀ ਵਧੀਆ ਨੇ। ਇੱਥੋਂ ਥੋੜ੍ਹਾ ਜਿਹਾ ਇਹ ਵੀ ਆਈਡੀਆ ਹੋ ਜਾਏਗਾ ਕਿ ਕੱਲ੍ਹ ਕਿਸੇ ਬੱਚੇ ਦਾ ਆਈ ਥਿੰਕ ਸ਼ਾਇਦ ਸੀਗਾ ਵਿੱਚ ਕਿ ਡਾਊਟ ਸੀਗਾ ਕਿ ਮਤਲਬ ਕਿੱਦਾਂ ਦੇ ਕੁਐਸਚਨਸ ਇਹ ਚੈਪਟਰ ਦੇ ਵਿੱਚੋਂ ਆਉਂਦੇ ਆ ਜਾਂ ਕਿਵੇਂ ਦੇ ਕੁਐਸਚਨ ਪੁੱਛੇ ਜਾਂਦੇ ਆ। ਤਾਂ ਥੋੜ੍ਹਾ ਜਿਹਾ ਆਈਡੀਆ ਹੋ ਜਾਏਗਾ ਇਹਨਾਂ ਕੁਐਸਚਨਸ ਤੋਂ ਕਿ ਕਿਵੇਂ ਦੇ ਕੁਐਸਚਨ ਜਿਹੜੇ ਆ ਉਹ ਇਸ ਚੈਪਟਰ ਦੇ ਵਿੱਚੋਂ ਪੁੱਛੇ ਜਾਣਗੇ ਜਾਂ ਪੁੱਛੇ ਜਾਂਦੇ ਆ। ਠੀਕ ਹੈ। ਹਾਂਜੀ, ਜਲਦੀ ਜੁਆਇਨ ਕਰੋ। ਚਲੋ ਆਪਾਂ ਇੱਕ ਵਾਰ ਜਸਟ ਓਵਰਵਿਊ ਲੈਂਦੇ ਹਾਂ ਜੋ ਆਪਾਂ ਕੱਲ੍ਹ ਪੜ੍ਹਿਆ ਸੀਗਾ। ਫਿਰ ਤਾਂ ਆਪਾਂ ਆਪਣਾ ਜਿਹੜਾ ਮੇਨ ਟੌਪਿਕ ਹੈ ਨਰਵ ਸੈੱਲ, ਇੱਥੋਂ ਹੀ ਸਟਾਰਟ ਕਰਾਂਗੇ। ਹਾਂਜੀ, ਕਵਿਤਾ ਜਈਆ, ਗੁੱਡ ਮੋਰਨਿੰਗ ਜੀ। ਅਗਰ ਕਿਸੇ ਦਾ ਕਈ ਵਾਰ ਕੋਈ ਕਮੈਂਟ ਜਿਹੜਾ ਨਹੀਂ ਵੀ ਲਿਆ ਜਾਂਦਾ ਤਾਂ ਕਈ ਵਾਰੀ ਹੋ ਜਾਂਦਾ, ਦਿਲ 'ਤੇ ਨਾਲ ਆਇਓ ਇਸ ਚੀਜ਼ ਨੂੰ, ਕਈ ਵਾਰੀ ਹੋ ਜਾਂਦਾ ਨਹੀਂ ਪਤਾ ਲੱਗਦਾ। ਤਾਂ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਚਾਹੁੰਦੇ ਹਾਂ ਕਿ ਕਈ ਵਾਰ ਕਈ ਹੁੰਦਾ ਕਿ ਕਿਸੇ ਦਾ ਕੋਈ ਕਮੈਂਟ ਨਹੀਂ ਦੇਖਿਆ ਜਾਂਦਾ ਹੁੰਦਾ। ਤਾਂ ਵੈਸੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਸਭ ਦੇ ਕਮੈਂਟ ਦਾ ਜਿਹੜਾ ਰਿਪਲਾਈ ਕੀਤਾ ਜਾਵੇ। ਚਲੋ ਅੱਗੇ ਦੇਖੋ, ਐਨੀਮਲ ਟਿਸ਼ੂ। ਆਪਾਂ ਕੱਲ੍ਹ ਐਨੀਮਲ ਟਿਸ਼ੂ ਬਾਰੇ ਗੱਲ ਕਰੀ ਸੀਗੀ। ਠੀਕ ਹੈ। ਐਨੀਮਲ ਟਿਸ਼ੂ ਦੀਆਂ 4 ਟਾਈਪਸ, ਐਪੀਥੀਲੀਅਲ, ਮਸਕੂਲਰ, ਕਨੈਕਟਿਵ ਅਤੇ ਨਰਵ। ਠੀਕ ਹੈ। ਹੁਣ ਐਪੀਥੀਲੀਅਲ ਦਾ ਆਪਾਂ ਕੀ ਕੰਮ ਕਿਹਾ ਸੀਗਾ, ਇਹਦਾ ਕੰਮ ਕੀ ਹੈ, ਪ੍ਰੋਟੈਕਸ਼ਨ ਦਾ ਕੰਮ ਹੈ। ਠੀਕ ਹੈ। ਤਾਂ ਉੱਦਾਂ ਹੀ ਆਪਾਂ ਇਹਦੀ ਆਪਸ਼ਨ ਸੀਗੀਆਂ, ਇਹ ਸਾਰੇ ਅਲੱਗ ਅਲੱਗ ਜਗ੍ਹਾ 'ਤੇ ਕੀ ਆ, ਪ੍ਰੋਟੈਕਸ਼ਨ ਦੇ ਰਹੇ ਸੀਗੇ। ਠੀਕ ਹੈ। ਕੋਈ ਮਾਊਥ ਦੇ ਵਿੱਚ, ਕੋਈ ਆਪਣੀ ਮਾਊਥ ਅਤੇ ਈਸੋਫੈਗਸ ਦੇ ਵਿੱਚ, ਕੋਈ ਸਟਮਕ ਦੇ ਵਿੱਚ, ਹੈ ਨਾ, ਅਲੱਗ ਅਲੱਗ ਜਗ੍ਹਾ 'ਤੇ, ਕੋਈ ਹਾਰਟ ਦੇ ਵਿੱਚ, ਕੋਈ ਕਿੱਥੇ, ਹੈ ਨਾ, ਅਲੱਗ ਅਲੱਗ ਜਗ੍ਹਾ 'ਤੇ ਸਾਰੇ ਕੀ ਹੈ ਆਪਣਾ ਆਪਣਾ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਹੇ ਸੀਗੇ। ਠੀਕ ਹੈ। ਕੋਈ ਸਕਿਨ ਨੂੰ ਪ੍ਰੋਟੈਕਸ਼ਨ ਦੇ ਰਿਹਾ ਸੀਗਾ। ਅਤੇ ਮਸਕੂਲਰ ਦਾ ਕੀ ਹੈ, ਇਹਦੇ ਵਿੱਚ ਆਪਾਂ ਕੀ ਕਿਹਾ ਸੀ, ਮੂਵਮੈਂਟ ਵਾਸਤੇ ਮਸਕੂਲਰ ਟਿਸ਼ੂ ਜਿਹੜਾ ਹੈ ਕੰਮ ਦੇ ਵਿੱਚ ਆਉਂਦਾ ਹੈ। ਹੁਣ ਮਸਕੂਲਰ ਟਿਸ਼ੂ ਅੱਗੇ 3 ਤਰ੍ਹਾਂ ਦਾ ਸੀ, ਸਟੇਟਿਡ, ਸਮੂਥ ਅਤੇ ਕਾਰਡੀਅਕ। ਠੀਕ ਹੈ। ਹੁਣ ਵਲੰਟਰੀ ਅਤੇ ਇਨਵੋਲੰਟਰੀ ਚੀਜ਼ਾਂ ਕੀ ਸੀਗੀਆਂ, ਵਲੰਟਰੀ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ। ਠੀਕ ਹੈ। ਵਲੰਟਰੀ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਕੰਟਰੋਲ ਦੇ ਵਿੱਚ ਹੁੰਦੀਆਂ ਨੇ। ਠੀਕ ਹੈ। ਇਨਵੋਲੰਟਰੀ ਮਤਲਬ ਆਪਣੇ ਕੰਟਰੋਲ ਦੇ ਵਿੱਚ ਉਹ ਚੀਜ਼ ਨਹੀਂ ਹੈ। ਠੀਕ ਹੈ। ਵਲੰਟਰੀ ਐਵੇਂ ਦੇ ਕੁਛ ਐਕਸ਼ਨਸ ਆਪਣੇ ਜਿਹੜੇ ਆਪਣੇ ਕੰਟਰੋਲ ਦੇ ਵਿੱਚ ਨਹੀਂ ਗਏ। ਜਿਵੇਂ ਹੁਣ ਆਪਾਂ ਗੱਲ ਕਰ ਰਹੇ ਕਿ ਅਗਰ ਮੈਂ ਕੋਈ ਵੀ ਚੀਜ਼ ਖਾ ਰਿਹਾ ਹੈ ਨਾ, ਤਾਂ ਉਹਦੀ ਡਾਈਜੈਸ਼ਨ ਅੰਦਰ ਬੋਡੀ ਦੇ ਵਿੱਚ ਮੇਰੀ ਮਰਜ਼ੀ ਨਾਲ ਨਹੀਂ ਹੋ ਰਹੀ ਕਿ ਮੈਂ ਜਦੋਂ ਚਾਹਵਾਂ ਉਦੋਂ ਡਾਈਜੈਸ਼ਨ ਸਟਾਰਟ ਹੋਵੇ। ਉਹ ਆਪਣੇ ਆਪ ਚੱਲ ਰਿਹਾ ਕੰਮ।
ਠੀਕ ਹੈ। ਤਾਂ ਉਹ ਕੀ ਹੈ, ਕਿਉਂ ਚੱਲ ਰਿਹਾ ਆਪਣੇ ਆਪ ਕੰਮ, ਕਿਉਂਕਿ ਇਨਵੋਲੰਟਰੀ ਮਸਲਸ ਨੇ, ਆਪਣਾ ਉਹਨਾਂ ਦੇ ਉੱਪਰ ਕੰਟਰੋਲ ਨਹੀਂ ਗਾ, ਉਹ ਆਪਣੇ ਆਪ ਹੀ ਉਹ ਕੰਮ ਚੱਲ ਰਿਹਾ ਅੰਦਰ, ਠੀਕ ਹੈ। ਤਾਂ ਅੱਗੇ ਦੇਖੋ, ਕਨੈਕਟਿਵ ਟਿਸ਼ੂ ਬਾਰੇ ਆਪਾਂ ਕੱਲ੍ਹ ਗੱਲ ਕਰੀ ਸੀ, ਜਿਹੜੇ ਕਨੈਕਸ਼ਨ ਪ੍ਰੋਵਾਈਡ ਕਰਦੇ ਨੇ ਆਪਣੀ ਬੋਡੀ ਦੇ ਵਿੱਚ, ਜਿਵੇਂ ਕਿ ਬਲੱਡ ਹੋ ਗਿਆ, ਲਿੰਬ ਕੀ ਚੀਜ਼ ਹੈ, ਦੇਖੋ ਕੱਲ੍ਹ ਦੱਸਿਆ ਨਹੀਂ ਸੀ ਸ਼ਾਇਦ, ਮੇ ਵੀ ਇਹ ਦੇਖ ਲਓ ਕੀ ਹੁੰਦਾ, ਪੇਲ ਯੈਲੋ ਕਲਰ ਦਾ ਇੱਕ ਫਲੂਇਡ ਹੁੰਦਾ, ਮੇਨਲੀ ਫਿੱਕਾ ਜਾਂ ਯੈਲੋ ਕਹਿ ਲਓ, ਠੀਕ ਹੈ। ਉਹ ਉੱਦਾਂ ਦਾ ਇੱਕ ਫਲੂਇਡ ਹੁੰਦਾ, ਇਹਦੇ ਅੰਦਰ ਕੀ ਹੁੰਦਾ, ਪਲਾਜ਼ਮਾ ਅਤੇ ਵਾਈਟ ਬਲੱਡ ਸੈੱਲ, ਠੀਕ ਹੈ। ਪਲਾਜ਼ਮਾ ਔਰ ਵਾਈਟ ਬਲੱਡ ਸੈੱਲਸ ਹੁੰਦੇ ਨੇ ਇਹਦੇ ਅੰਦਰ, ਠੀਕ ਹੈ। ਇਹਨੂੰ ਕੀ ਕਹਿੰਦੇ ਨੇ, ਲਿੰਬ ਕਹਿੰਦੇ ਨੇ। ਤਾਂ ਇਹਨਾਂ ਦਾ ਵੀ ਕੰਮ ਮੇਨਲੀ ਕੀ ਹੈ, ਹੁਣ ਦੇਖੋ ਪਲਾਜ਼ਮਾ ਦੀ ਗੱਲ ਆ ਗਈ ਨਾ, ਤਾਂ ਪਲਾਜ਼ਮਾ ਵੀ ਤਾਂ ਕੀ ਕਰਦਾ ਹੈ ਆਪਣੀ ਬੋਡੀ ਦੇ ਵਿੱਚ, ਪਲਾਜ਼ਮਾ ਯਾਨੀ ਕਿ ਬਲੱਡ ਹੀ ਹੋ ਗਿਆ ਇੱਕ ਤਰੀਕੇ ਦਾ, ਪਲਾਜ਼ਮਾ ਦੇ ਵਿੱਚ ਕੀ ਹੈ, 3 ਤਰ੍ਹਾਂ ਦੇ ਸੈੱਲਸ ਹੁੰਦੇ ਨੇ, RBC, ਪਲੇਟਲੈਟਸ ਅਤੇ WBC, ਹੈ ਨਾ। ਇਹ 3 ਚੀਜ਼ਾਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ, ਠੀਕ ਹੈ। ਤਾਂ ਉਹਨਾਂ ਦਾ ਵੀ ਕੰਮ ਕੀ ਹੈ, ਆਪਣੇ ਬੋਡੀ ਦੇ ਵਿੱਚ ਕਨੈਕਸ਼ਨ ਨੂੰ ਪ੍ਰੋਵਾਈਡ ਕਰਨਾ, ਯਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਅਗਰ ਟਾਰਗੇਟ 'ਤੇ ਪਹੁੰਚਾਉਣੀ ਹੈ ਚੀਜ਼, ਤੋਂ ਬਲੱਡ ਲੈ ਕੇ ਜਾ ਰਿਹਾ, ਠੀਕ ਹੈ। ਉਵੇਂ ਹੀ ਬੋਨ ਵੀ ਕੀ ਹੈ, ਕਨੈਕਸ਼ਨ ਦਾ ਕੰਮ ਕਰ ਰਹੇ ਨੇ, ਕਾਰਟਿਲੇਜ, ਐਰੋਲਾਰ, ਐਡੀਪੋਜ਼, ਲਿਗਾਮੈਂਟ, ਟੈਂਡਨ, ਠੀਕ ਹੈ। ਕੱਲ੍ਹ ਇਹਨਾਂ ਬਾਰੇ ਦੱਸਿਆ ਸੀਗਾ, ਲਿਗਾਮੈਂਟ ਅਤੇ ਟੈਂਡਨ ਬਾਰੇ, ਕਿਹੜਾ ਕਿੱਥੇ ਕਰ ਰਿਹਾ ਕੰਮ ਆਪਣਾ, ਕਿ ਲਿਗਾਮੈਂਟ ਕਿੱਥੇ ਕਨੈਕਸ਼ਨ ਕਰ ਰਹੀਆਂ ਨੇ, ਬੋਨ ਨੂੰ ਬੋਨ ਨਾਲ ਕਨੈਕਟ ਕਰਨ ਦਾ ਕੰਮ ਕਿਹਨਾਂ ਦਾ, ਲਿਗਾਮੈਂਟ ਦਾ। ਟੈਂਡਨ ਦਾ ਕੰਮ ਕੀ ਹੈ, ਮਸਲਸ ਨੂੰ ਬੋਨ ਦੇ ਨਾਲ ਕਨੈਕਟ ਕਰਨਾ, ਠੀਕ ਹੈ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਨਰਵਸ ਯਾਨੀ ਕਿ ਨਰਵ ਸੈੱਲਸ, ਠੀਕ ਹੈ। ਇਹਦੇ ਬਾਰੇ ਆਪਣਾ ਮੇਨ ਜਿਹੜੀ ਚਰਚਾ ਰਹੇਗੀ, ਉਸ ਤੋਂ ਬਾਅਦ ਜਿਹੜੇ ਉਹ ਕੁਐਸਚਨਸ ਨੇ ਉਹ ਆਪਾਂ ਦੇਖਾਂਗੇ, ਅਤੇ ਬਾਕੀ ਤੁਹਾਨੂੰ ਉੱਥੋਂ ਥੋੜ੍ਹਾ ਜਿਹਾ ਆਈਡੀਆ ਹੋ ਜਾਏਗਾ। ਅਤੇ 5 ਆਪਸ਼ਨਸ ਨੇ ਅੱਜ, ਤਾਂ ਥੋੜ੍ਹਾ ਜਿਹਾ ਤਕੜੇ ਹੋ ਕੇ ਬੈਠੋ, ਅੱਜ 5 ਆਪਸ਼ਨਸ ਨੇ ਇੱਕ ਹੀ ਕੁਐਸਚਨ ਦੀਆਂ, ਠੀਕ ਹੈ। ਅਤੇ ਆਹ ਥੋੜ੍ਹੀ ਜਿਹੀ ਟੁੱਟੀ ਫੁੱਟੀ ਜਿਵੇਂ ਦੀ ਮੇਰੇ ਤੋਂ ਡਾਇਗਰਾਮ ਥੋੜ੍ਹੀ ਠੀਕ ਬਣੀ, ਰਫ ਡਾਇਗਰਾਮ ਕਹਿ ਸਕਦੇ ਹਾਂ ਆਪਾਂ ਇਹਨੂੰ, ਮਤਲਬ ਬਾਕੀ ਤਾਂ ਤੁਸੀਂ ਇਹਦੀ ਡਾਇਗਰਾਮ ਮੇਨਲੀ ਦੇਖੀ ਹੋਏਗੀ, ਕਾਫੀ ਬੱਚਿਆਂ ਨੇ ਦੇਖਿਆ ਹੋਏਗਾ, ਨਹੀਂ ਤਾਂ ਬੁੱਕ ਦੇ ਵਿੱਚ ਕਾਫੀ ਵਧੀਆ ਡਾਇਗਰਾਮ ਇਹਦੀ ਬਣੀ ਹੋਈ ਹੈ, ਠੀਕ ਹੈ। ਮੇਰੇ ਤੋਂ ਇਹ ਥੋੜ੍ਹੀ ਜਿਹੀ ਬਣੀ ਟੁੱਟੀ ਫੁੱਟੀ। ਤਾਂ ਦੇਖੋ, ਨਰਵ ਸੈੱਲ ਕੰਮ ਕੀ ਹੈ, ਕੰਮ ਪਤਾ ਨਾ ਸਭ ਨੂੰ, ਕੀ ਕਰਨਾ ਹੈ, ਟ੍ਰਾਂਸਮਿਟ ਇਲੈਕਟ੍ਰੀਕਲ ਸਿਗਨਲ ਟੂ ਬ੍ਰੇਨ। ਇਹਨੇ ਕੀ ਕਰਨਾ ਹੈ, ਇਲੈਕਟ੍ਰੀਕਲ ਸਿਗਨਲ ਨੂੰ ਬ੍ਰੇਨ ਤੱਕ ਟਰਾਂਸਮਿਟ ਕਰਨਾ। ਹੁਣ ਆਹ ਕੀ ਚੀਜ਼ ਹੈ ਨੀਚੇ ਜਿਹੜਾ ਮੈਂ ਬਣਾਇਆ, ਦੇਖੋ ਨਰਵ ਸੈੱਲ ਦੀ ਬੇਸਿਕ ਯੂਨਿਟ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ, ਨਿਊਰੋਨ। ਯਾਨੀ ਕਿ ਇੱਕ ਨਰਵ ਸੈੱਲ ਕਾਫੀ ਸਾਰੇ ਐਵੇਂ ਦੀਆਂ ਨਿਊਰੋਨ ਸਟਰਕਚਰਸ ਤੋਂ ਮਿਲ ਕੇ ਬਣਿਆ ਹੁੰਦਾ ਹੈ, ਠੀਕ ਹੈ। ਇੱਕ ਜਿਹੜਾ ਸੈੱਲ ਹੈ, ਮੈਂ ਦੁਬਾਰਾ ਸੁਣ ਲਓ ਧਿਆਨ ਨਾਲ, ਜਿਹੜਾ ਇੱਕ ਨਰਵ ਸੈੱਲ ਹੈ, ਠੀਕ ਹੈ, ਉਹ ਕਾਫੀ ਸਾਰੀਆਂ ਐਵੇਂ ਦੀਆਂ ਬਹੁਤ ਵਧੀਆ ਬਣੀ ਹੈ ਸਰ ਡਾਇਗਰਾਮ। ਅੱਛਾ ਮਜ਼ਾਕ ਕਰ ਰਹੇ ਹੋ, ਨਹੀਂ ਵਧੀਆ ਨਹੀਂ ਬਣੀ, ਮੈਨੂੰ ਆਪ ਨੂੰ ਆਹ ਦੇਖੋ ਕੀ ਬਣਾ ਰਹੇ ਪੰਖ ਫੁੰਖ ਜੇ, ਹੈ ਨਾ। ਬਟ ਆਪਾਂ ਜਸਟ ਇੱਕ ਵਾਰ ਸਮਝਣਾ ਨਾ, ਇਹ ਡਾਇਗਰਾਮ ਬਣਾਉਣੀ ਨਹੀਂ ਆਏਗੀ ਉੱਥੇ, ਟੈਨਸ਼ਨ ਨਾ ਲਓ, ਤੁਹਾਨੂੰ ਕਿਸੇ ਨੂੰ ਵੀ ਉੱਥੇ ਐਵੇਂ ਨਹੀਂ ਕਹਿਣਗੇ ਕਿ ਡਾਇਗਰਾਮ ਬਣਾਓ, ਠੀਕ ਹੈ। ਇਹ ਡਾਇਗਰਾਮ ਕਿਉਂ ਬਣਾਈ ਗਈ ਹੈ ਫਿਰ ਇੱਥੇ, ਕਈ ਵਾਰ ਕੀ ਹੁੰਦਾ ਇਹ ਸਿੱਧਾ ਡਾਇਗਰਾਮ ਦੇ ਕੇ, ਠੀਕ ਹੈ, ਐਰੋ ਦੇ ਕੇ ਕਹਿ ਦਿੰਦੇ ਨੇ ਕਿ ਆਹ ਵਾਲੀ ਚੀਜ਼ ਨੂੰ ਕੀ ਕਿਹਾ ਜਾਂਦਾ, ਆਹ ਵਿੱਚ ਵਾਲੀ ਚੀਜ਼ ਨੂੰ ਕੀ ਕਿਹਾ ਜਾਂਦਾ, ਇਹਨੂੰ ਕੀ ਕਿਹਾ ਜਾਂਦਾ, ਠੀਕ ਹੈ। ਤਾਂ ਉਵੇਂ ਕਰਕੇ ਆ ਜਾਂਦਾ ਹੁੰਦਾ ਸਰ ਜੀ ਹਾਂ, ਓਕੇ ਜੀ, ਓਕੇ, ਥੈਂਕ ਯੂ ਸੋ ਮਚ। ਮੇਰੀ ਜਿਹੜੀ ਇੰਨੀ ਗੰਦੀ ਜਿਹੀ ਚੀਜ਼ ਨੂੰ ਵੀ ਤੁਸੀਂ ਵਧੀਆ ਕਹਿ ਰਹੇ ਹੋ, ਤਾਂ ਸ਼ੁਕਰੀਆ, ਬਹੁਤ ਧੰਨਵਾਦ। ਬਾਕੀ ਤਾਂ ਅੱਗੇ ਦੇਖੋ, ਮਤਲਬ ਇਹ ਡਾਇਗਰਾਮ ਮੇਨ ਬਣਾਉਣ ਦਾ ਮਕਸਦ ਕੀ ਸੀਗਾ, ਤੁਹਾਨੂੰ ਅਗਰ ਪੇਪਰ 'ਚ ਨਹੀਂ ਆਉਣੀ ਤਾਂ ਫਿਰ ਇਹ ਕਿਉਂ ਡਾਇਗਰਾਮ ਬਣਾਈ ਗਈ ਹੈ। ਮੈਂ ਉਹੀ ਕਹਿ ਰਿਹਾ ਕਿ ਕਈ ਵਾਰ ਕੀ ਹੁੰਦਾ, ਅੱਜ ਵੀ ਮੈਂ ਇੱਕ ਕੁਐਸਚਨ ਦੇਖਿਆ, ਉਹਦੇ ਵਿੱਚ ਵੀ ਕੀ ਸੀਗਾ, ਐਵੇਂ ਦਾ ਸਟਰਕਚਰ ਬਣੀ ਹੋਈ ਸੀਗੀ ਅਤੇ ਐਰੋ ਲੱਗੇ ਹੋਏ ਸੀ, ABC ਲਿਖਿਆ ਹੋਇਆ ਸੀਗਾ, ਅਤੇ ਦੱਸਣਾ ਸੀਗਾ ਕਿਹੜਾ ਪਾਰਟ ਕੀ ਹੈ, ਠੀਕ ਹੈ। ਤਾਂ ਉਹ ਆਪਾਂ ਕਰਦੇ ਹੋਣੇ, ਤੁਹਾਨੂੰ ਪਤਾ ਲੱਗ ਜਾਏਗਾ ਮੇਨਲੀ ਕਿ ਮੈਂ ਕੀ ਕਹਿ ਰਿਹਾ, ਮੇਰੇ ਕਹਿਣ ਦਾ ਮਤਲਬ ਕੀ ਹੈ, ਠੀਕ ਹੈ। ਤਾਂ ਇੱਕ ਚੀਜ਼ ਮੈਂ ਇਹਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਆਪਣਾ ਜਿਹੜੇ ਆਪਣੇ ਨਰਵ ਸੈੱਲ ਨੇ, ਨਰਵ ਸੈੱਲ ਇਹ ਕਿੱਥੋਂ ਮਿਲ ਕੇ ਬਣੇ ਹੋਏ ਨੇ, ਕਿਹਦੇ ਤੋਂ ਮਿਲ ਕੇ ਬਣੇ ਹੋਏ ਨੇ, ਜਿਹੜੇ ਨਰਵ ਸੈੱਲ ਨੇ ਆਪਣੇ, ਇਹ ਕਿਹਦੇ ਤੋਂ ਮਿਲ ਕੇ ਬਣੇ ਹੋਏ ਨੇ, ਨਿਊਰੋਨ ਤੋਂ। ਨਿਊਰੋਨ ਕੀ ਆ, ਇੱਕ ਉੱਪਰ ਸਟਰਕਚਰ ਹੈ ਜਿਹੜੀ, ਇਹਨੂੰ ਨਿਊਰੋਨ ਕਿਹਾ ਜਾਂਦਾ, ਠੀਕ ਹੈ। ਹੁਣ ਇਹ ਪ੍ਰੈਜ਼ੈਂਟ ਕਿੱਥੇ ਹੁੰਦੇ ਹੈ, ਬ੍ਰੇਨ ਦੇ ਵਿੱਚ, ਸਪਾਈਨਲ ਕੋਰਡ ਦੇ ਵਿੱਚ, ਠੀਕ ਹੈ, ਨਰਵਸ ਦੇ ਵਿੱਚ, ਇਹ ਸਾਰੀਆਂ ਦੇ ਸਾਰੀਆਂ, ਠੀਕ ਹੈ। ਇਹ ਸਾਰੇ ਦੇ ਸਾਰੇ ਕਿਹਦੇ ਤੋਂ ਮਿਲ ਕੇ ਬਣੇ ਹੋਏ, ਬ੍ਰੇਨ, ਸਪਾਈਨਲ ਕੋਰਡ, ਨਰਵਸ, ਇਹ ਸਾਰੇ ਕਿਹਦੇ ਤੋਂ ਮਿਲ ਕੇ ਬਣੇ ਹੈ, ਮੇਡ ਅਪ ਆਫ ਨਰਵਸ ਟਿਸ਼ੂ, ਮੇਡ ਅਪ ਆਫ ਨਰਵਸ ਟਿਸ਼ੂ। ਮਤਲਬ ਇਹਨਾਂ ਦੇ ਵਿੱਚ
ਐਵੇਂ ਦੇ ਨਿਊਰੋਨ ਹੈਗੇ ਨੇ ਜਿਹੜੇ ਸਿਗਨਲਸ ਨੂੰ ਕੀ ਕਰਦੇ ਨੇ, ਡਿਟੈਕਟ ਕਰਦੇ ਨੇ ਜਾਂ ਸਿਗਨਲਸ ਇਹਨਾਂ ਤੱਕ ਪਹੁੰਚਾਉਂਦੇ ਨੇ। ਬ੍ਰੇਨ ਹੋ ਗਿਆ ਆਪਣਾ, ਸਪਾਈਨਲ ਕੋਡ ਹੋ ਗਿਆ ਆਪਣਾ, ਨਰਵਸ ਹੋ ਗਿਆ, ਸਾਰੇ ਕਿਹਦੇ ਤੋਂ ਮਿਲ ਕੇ ਬਣੇ ਹੋਏ ਨੇ, ਨਰਵਸ ਟਿਸ਼ੂ ਤੋਂ ਮਿਲ ਕੇ ਬਣੇ ਹੋਏ ਨੇ। ਠੀਕ ਹੈ, ਧਿਆਨ ਨਾਲ ਸੁਣ ਲਓ ਦੁਬਾਰਾ, ਬ੍ਰੇਨ, ਸਪਾਈਨਲ ਕੋਡ, ਨਰਵਸ, ਇਹ ਸਾਰੀਆਂ ਕਿਹਦੇ ਤੋਂ ਮਿਲ ਕੇ ਬਣੀਆਂ ਹੋਈਆਂ ਨੇ, ਨਰਵਸ ਟਿਸ਼ੂ ਤੋਂ ਮਿਲ ਕੇ ਬਣੀਆਂ ਹੋਈਆਂ ਨੇ। ਠੀਕ ਹੈ, ਤਾਂ ਹੁਣ ਇਹਦੀ ਸਟਰਕਚਰ ਬਾਰੇ ਅੱਜ ਤੁਹਾਨੂੰ ਰਣਵੀਰ ਵੇਖਣ ਨੂੰ ਮਿਲੇਗਾ। ਰਣਵੀਰ ਮੈਂ ਕੀ ਕਹਿ ਰਿਹਾ ਹੁਣ ਤੁਹਾਨੂੰ ਸਮਝ ਲੱਗ ਜਾਏਗੀ ਕਿ ਰਣਵੀਰ ਕੀ ਚੀਜ਼ ਹੈ। ਮੇ ਵੀ ਸ਼ਾਇਦ ਕਾਫੀ ਜਣਿਆਂ ਨੇ ਪਹਿਲਾਂ ਰਣਵੀਰ ਜਿਹੜਾ ਹੈ ਨਾਂ ਸੁਣਿਆ ਹੋਏ ਜਾਂ ਫਿਰ ਨਾਂ ਦੇਖਿਆ ਹੋਏ, ਬਟ ਮੈਂ ਇਸ ਚੀਜ਼ ਬਾਰੇ ਇੱਕ ਕੁਐਸਚਨ ਦੇਖਿਆ ਸੀਗਾ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਸਾਰਾ ਇਹਦੇ ਬਾਰੇ ਕਲੀਅਰ ਹੋਣਾ ਚਾਹੀਦਾ ਏ। ਠੀਕ ਹੈ, ਤਾਂ ਦੇਖੋ ਬਾਕੀ ਦਾ ਕਰਦੇ ਹਾਂ। ਜਿਹੜੀ ਇਹ ਵਾਲੀ ਉੱਪਰ ਸਟਰਕਚਰਸ ਹੁੰਦੀਆਂ ਨੇ ਇਹਨੂੰ ਕੀ ਕਿਹਾ ਜਾਂਦਾ, ਡੈਂਡਰਾਈਟਸ। ਠੀਕ ਹੈ, ਡੈਂਡਰਾਈਟ। ਹੁਣ ਦੇਖੋ ਆਹ ਚੀਜ਼ ਕੀ ਹੈ, ਇਹ ਨੇਮਿੰਗ ਹੈ, ਇਹ ਤੁਹਾਨੂੰ ਵੀ ਯਾਦ ਰੱਖਣੀ ਪੈਣੀ ਹੈ, ਮੈਨੂੰ ਵੀ ਯਾਦ ਰੱਖਣੀ ਪੈਣੀ ਹੈ। ਠੀਕ ਹੈ, ਕਿ ਇਹਨਾਂ ਨੂੰ ਅਗਰ ਡੈਂਡਰਾਈਟ ਕਿਹਾ ਜਾਂਦਾ ਤਾਂ ਡੈਂਡਰਾਈਟ ਕਿਹਾ ਜਾਂਦਾ ਬਾਈ। ਠੀਕ ਹੈ, ਇਹ ਤੁਹਾਨੂੰ ਯਾਦ ਰੱਖਣਾ ਪੈਣਾ, ਮੈਨੂੰ ਵੀ ਯਾਦ ਰੱਖਣਾ ਪੈਣਾ। ਠੀਕ ਹੈ, ਤਾਂ ਇਹ ਧਿਆਨ ਰੱਖਿਓ ਚੀਜ਼ ਦਾ। ਆਹ ਜਿਹੜਾ ਸੈਂਟਰ ਵਾਲਾ ਇਹ ਤਾਂ ਸਭ ਨੂੰ ਫਿਰ ਪਤਾ ਹੀ ਹੈ, ਕਲੀਅਰ ਹੀ ਹੈ ਕਿ ਕੀ ਹੋਏਗਾ, ਨਿਊਕਲੀਅਸ। ਠੀਕ ਹੈ, ਇਹ ਕੀ ਹੈ, ਸੈਂਟਰ ਵਾਲਾ ਨਿਊਕਲੀਅਸ ਹੈ। ਇਹ ਉੱਪਰ ਵਾਲੀਆਂ ਕੀ ਨੇ, ਡੈਂਡਰਾਈਟਸ ਨੇ। ਇੱਕ ਵਾਰ ਮੈਂ ਇਹਨਾਂ ਦਾ ਕੋਈ ਨੇਮਿੰਗ ਲਿਖਵਾ ਰਿਹਾ, ਉਹ ਨੇਮਿੰਗ ਲਿਖ ਲਓ ਕਿ ਕਿਹਨੂੰ ਕੀ ਕਿਹਾ ਜਾਂਦਾ, ਫਿਰ ਮੈਂ ਇਹਨਾਂ ਦਾ ਫੰਕਸ਼ਨ ਦੱਸਾਂਗਾ ਸਾਰਾ ਕਿ ਇਹ ਫੰਕਸ਼ਨ ਕੀ ਕਰ ਰਹੇ ਨੇ, ਕਿਵੇਂ ਇਹ ਸਾਰਾ ਸਿਸਟਮ ਚੱਲ ਰਿਹਾ। ਠੀਕ ਹੈ, ਅੱਗੇ ਦੇਖੋ, ਨਿਊਕਲੀਅਸ ਹੋ ਗਿਆ ਆਪਣੇ ਕੋਲ, ਡੈਂਡਰਾਈਟਸ ਹੋ ਗਈਆਂ। ਅੱਛਾ, ਉਸ ਤੋਂ ਬਾਅਦ ਕੀ ਹੈ, ਆਹ ਜਿਹੜਾ ਵਿੱਚ ਵਾਲਾ ਜਿਹੜਾ ਫਲੂਇਡ ਹੁੰਦਾ ਸਾਰਾ, ਇਹਨੂੰ ਕੀ ਕਿਹਾ ਜਾਂਦਾ, ਸੈੱਲ ਬੋਡੀ ਵੀ ਕਿਹਾ ਜਾਂਦਾ ਹੈ ਤੇ ਸਾਈਟੋਨ ਵੀ ਕਿਹਾ ਜਾਂਦਾ, ਸਾਈਟੋਨ। ਠੀਕ ਹੈ, ਸੈੱਲ ਬੋਡੀ ਵੀ ਕਿਹਾ ਜਾਂਦਾ ਤੇ ਸਾਈਟੋਨ ਵੀ ਕਿਹਾ ਜਾਂਦਾ। ਜਾਂ ਐਵੇਂ ਕਹਿ ਲਓ ਕਿ ਆਹ ਸਾਰਾ ਟੋਟਲ ਜੋ ਵੀ ਹੈ ਹਨਾ, ਇਹਨੂੰ ਕੀ ਕਿਹਾ ਜਾਂਦਾ, ਸੈੱਲ ਬੋਡੀ ਜਾਂ ਫਿਰ ਸਾਈਟੋਨ ਵੀ ਕਿਹਾ ਜਾਂਦਾ। ਠੀਕ ਹੈ, ਤਾਂ ਅਗਰ ਐਰੋ ਦੇ ਵਿੱਚ ਇੱਥੇ ਐਵੇਂ ਵਿੱਚ ਲਗਾ ਕੇ ਤੇ ਇੱਥੇ ਕੋਈ ਸੀ ਵਰਡ ਪਾਇਆ ਹੋਏਗਾ ਤਾਂ ਇਹ ਤੁਹਾਡਾ ਕੀ ਹੋਏਗਾ, ਸਾਈਟੋਨ ਹੋਏਗਾ, ਯਾਨੀ ਕਿ ਸੈੱਲ ਬੋਡੀ ਹੋਏਗੀ। ਠੀਕ ਹੈ, ਹੁਣ ਰਣਵੀਰ ਵਗੈਰਾ ਮੈਂ ਕੀ ਕਹਿ ਰਿਹਾ ਉਹ ਨਹੀਂ ਪਤਾ ਲੱਗੇਗਾ ਤੁਹਾਨੂੰ। ਠੀਕ ਹੈ, ਹੁਣ ਆਹ ਜਿਹੜੀਆਂ ਸਾਰੀਆਂ ਨੇ, ਆਹ ਬਟਨ ਟਾਈਪ ਜਿਹੜੇ ਵੇਖ ਰਹੇ ਨੇ, ਆਹ ਬਟਨ ਟਾਈਪ ਇੱਕ, ਆ ਬਟਨ ਟਾਈਪ, ਆਹ ਬਟਨ, ਆਹ ਇਹ ਜਿਹੜੇ ਦੇਖ ਰਹੇ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ, ਐਗਜ਼ੋਨ। ਠੀਕ ਹੈ, ਸਾਰਿਆਂ ਨੂੰ ਮਿਲਾ ਕੇ ਨਹੀਂ ਐਗਜ਼ੋਨ ਕਿਹਾ ਜਾਂਦਾ, ਇੱਕ ਸਟਰਕਚਰ ਨੂੰ ਕੀ ਕਿਹਾ ਜਾਂਦਾ, ਐਗਜ਼ੋਨ। ਇੱਕ ਸਟਰਕਚਰ ਨੂੰ ਕੀ ਕਿਹਾ ਜਾਂਦਾ, ਐਗਜ਼ੋਨ। ਸਾਰਿਆਂ ਨੂੰ ਮਿਲਾ ਕੇ ਨਹੀਂ, ਇੱਕ ਸਟਰਕਚਰ ਨੂੰ ਕੀ ਕਿਹਾ ਜਾਂਦਾ, ਐਗਜ਼ੋਨ। ਠੀਕ ਹੈ, ਅੱਗੇ ਦੇਖੋ, ਇੱਕ ਮਿੰਟ ਵਿੱਚ ਇੱਕ ਕਾਲ ਆ ਰਹੀ ਹੈ, ਜ਼ਰੂਰੀ ਰਿਸੀਵ ਕਰ ਲਾਂ, ਫਿਰ ਕਰਦੇ ਹਾਂ ਆਪਾਂ ਅੱਗੇ। ਸੌਰੀ ਫॉर ਦੀ ਇਨਕਨਵੀਨੀਅੰਸ, ਇੱਕ फ़ोन ਆ ਰਿਹਾ ਸੀ ਵਿੱਚ ਕਾफ़ੀ ਤਾਂ ਲੱਗਿਆ ਕਿ ਕੋਈ ਜ਼ਰੂਰੀ ਹੋਏਗਾ ਤਾਂ ਅਟੈਂਡ ਕਰਨਾ ਪਿਆ। ਠੀਕ ਹੈ, ਬਾਕੀ ਅੱਗੇ ਦੇਖੋ, ਇਹ ਵਾਲੀ ਇੱਕ ਨੂੰ ਐਗਜ਼ੋਨ, ਇੱਕ ਨੂੰ ਐਗਜ਼ੋਨ, ਇੱਕ ਨੂੰ ਐਗਜ਼ੋਨ, ਤਾਂ ਸਾਰੀਆਂ ਟੋਟਲ ਆਪਣੀਆਂ ਕੀ ਨੇ, ਐਗਜ਼ੋਨ ਨੇ। ਠੀਕ ਹੈ, ਸਾਰੀਆਂ ਕੀ ਨੇ, ਐਗਜ਼ੋਨ, AXON, ਐਗਜ਼ੋਨ। ਠੀਕ ਹੈ, ਹਾਂਜੀ 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 ਹਾਂਜੀ। ਅੱਗੇ ਦੇਖੋ, ਐਗਜ਼ੋਨ ਹੋ ਗਿਆ। ਠੀਕ ਹੈ, ਇਹ ਵਾਲਾ ਜੋ ਪਿੱਛੇ ਆਪਣੇ ਕੋਲ ਇਹ ਐਂਡ ਦੇਖੋ, ਐਂਡ ਤੇ ਹੈ ਨਾ, ਤੇ ਇਹਨੂੰ ਕੀ ਕਿਹਾ ਜਾਂਦਾ, ਨਰਵ ਐਂਡਿੰਗ, ਨਰਵ ਐਂਡਿੰਗ। ਠੀਕ ਹੈ, ਇਹ ਜੋ ਪਿੱਛੇ ਵਾਲੀਆਂ ਸਾਰੀਆਂ ਹੈਗੀਆਂ ਨੇ ਬਣ ਰੱਖੀਆਂ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ, ਨਰਵ ਐਂਡਿੰਗ। ਠੀਕ ਹੈ, ਹੁਣ ਇੱਕ ਕੁਛ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਮੇ ਵੀ ਤੁਸੀਂ ਨਹੀਂ ਸੁਣੀਆਂ ਪਹਿਲਾਂ, ਸ਼ਾਇਦ ਇਹ ਡਾਇਗਰਾਮ ਪਹਿਲਾਂ ਦੇਖੀ ਹੋਏ, ਬਟ ਇਹ ਚੀਜ਼ਾਂ ਤੁਸੀਂ ਪਹਿਲਾਂ ਨਾ ਦੇਖੀਆਂ ਹੋਣ। ਠੀਕ ਹੈ, ਤਾਂ ਉਹਦੇ ਲਈ ਇਹ ਧਿਆਨ ਦਿਆ ਜੇ ਹੁਣ। ਠੀਕ ਹੈ, ਮੈਂ ਕੀ ਕਹਿਣ ਲੱਗਿਆ, ਉਹਨੇ ਕਿਹਾ ਸੀ ਨਾ ਆਪਾਂ ਕਿ ਰਣਵੀਰ ਦੇਖਣ ਨੂੰ ਮਿਲੇਗਾ ਤੁਹਾਨੂੰ, ਤਾਂ ਦੇਖ ਲਓ
ਆ ਜਿਹੜੀ ਵਿੱਚ ਬਲੈਕ ਵਾਲੀ ਆ ਡੋਟ ਹੈਗੀ ਨਾ, ਬਲੈਕ ਵਾਲੀਆਂ ਇਹਨਾਂ ਨੂੰ ਕੀ ਕਿਹਾ ਜਾਂਦਾ? ਨੋਡ। ਬਟ ਸਿੰਪਲ ਨੋਡ ਨਹੀਂ, ਇਹਨਾਂ ਨੂੰ ਕੀ ਕਿਹਾ ਜਾਂਦਾ? ਨੋਡ ਆਫ ਰਣਵੀਰ। ਠੀਕ ਹੈ, ਨੋਡ ਆਫ ਰਣਵੀਰ। ਮੈਂ ਇੱਥੇ ਨੀਚੇ ਲਿਖ ਦੇਣਾ ਦੁਬਾਰਾ, ਨੋਡ ਆਫ ਰਣਵੀਰ। ਠੀਕ ਹੈ, ਨੋਡ ਆਫ ਰਣਵੀਰ ਕਿਹਨਾਂ ਨੂੰ ਕਿਹਾ ਜਾਂਦਾ? ਆ ਵਿੱਚ ਬਲੈਕ ਹੈਗੇ ਨਾ ਨੋਟਸ ਦੀਆਂ, ਆਰੀ ਹੈ ਨਾ, ਤਾਂ ਇਹ ਨੋਟਸ ਨੂੰ ਕੀ ਕਿਹਾ ਜਾਂਦਾ? ਨੋਡ ਆਫ ਰਣਵੀਰ। ਇਹ ਰਣਵੀਰ ਸਿੰਘ ਨੇ ਦਿੱਤੀਆਂ ਸੀ, ਸੌਰੀ, ਇਹ ਨਹੀਂ, ਰਣਵੀਰ ਸਿੰਘ ਨੇ ਨਹੀਂ ਦਿੱਤੀਆਂ, ਵੈਸੇ ਹੀ ਇਹਦਾ ਨਾਮ ਰੱਖਿਆ ਗਿਆ ਨੋਡ ਆਫ ਰਣਵੀਰ। ਠੀਕ ਹੈ, ਇਹਨਾਂ ਨੂੰ ਬਲੈਕ ਜਿਹੜੀਆਂ ਡੋਟਸ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ? ਨੋਡ ਆਫ ਰਣਵੀਰ। ਠੀਕ ਹੈ, ਅੱਗੇ ਦੇਖੋ, ਇਹਦੇ ਵਿੱਚ ਜਿਹੜੇ ਆ ਸੈੱਲ ਦੇਖ ਰਹੇ ਨੇ, ਕਿੱਥੇ ਰਹੇ ਸੈੱਲ? ਆਹ ਵਾਲੇ ਸੈੱਲ ਦੇਖ ਰਹੇ ਨੇ ਨਾ, ਇਹਨਾਂ ਸੈੱਲਸ ਨੂੰ ਕੀ ਕਿਹਾ ਜਾਂਦਾ ਹੈ? ਇਹਨਾਂ ਸੈੱਲਸ ਦਾ ਨਾਮ ਹੈਗਾ, ਸੈੱਲਸ ਦਾ ਵੀ ਨਾਮ ਹੈ ਇੱਥੇ। ਠੀਕ ਹੈ, ਮੈਂ ਇੱਥੇ ਏ ਲਿਖ ਰਿਹਾ, ਇਹਨਾਂ ਸੈੱਲਸ ਦਾ ਨਾਮ ਕੀ ਹੈ? ਏ ਨੂੰ ਇੱਥੇ ਨੀਚੇ ਲਿਖ ਰਿਹਾ ਕਿ ਏ ਕੀ ਚੀਜ਼ ਹੁੰਦੀ ਹੈ? SCH ਸਕਵੈਨ ਸੈੱਲ। ਠੀਕ ਹੈ, SCHWAN ਸਕਵੈਨ ਸੈੱਲ। ਠੀਕ ਹੈ, ਜਿਹੜਾ ਵਿੱਚ ਸੈੱਲ ਦੇਖ ਰਿਹਾ ਨਾ, ਆਹ ਸੈੱਲ ਜਿਹੜੇ ਹੈਗੇ ਵਿੱਚ ਏਰੀਆ ਇਹਨਾਂ ਨੂੰ ਕੀ ਕਿਹਾ ਜਾਂਦਾ? ਸਕਵੈਨ ਸੈੱਲ। ਠੀਕ ਹੈ, ਹਾਂ ਮੋਸਟਲੀ ਮਤਲਬ ਇੰਨਾ ਜ਼ਿਆਦਾ ਨਹੀਂ ਪੁੱਛਿਆ ਜਾਂਦਾ। ਮੇਨ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਵੈਸੇ ਉਹ ਕਿਹੜੀਆਂ ਨੇ? ਡੈਂਡਰਾਈਟਸ ਹੋ ਗਿਆ, ਆਪਣੇ ਨਿਊਕਲੀਅਸ ਹੋ ਗਿਆ, ਸਾਈਟੋਨ ਹੋ ਗਿਆ, ਐਗਜ਼ੋਨ ਹੋ ਗਿਆ, ਨਰਵ ਐਂਡਿੰਗ ਹੋ ਗਈ। ਜ਼ਿਆਦਾਤਰ ਤਾਂ ਇਹਨਾਂ ਬਾਰੇ ਗੱਲ ਹੁੰਦੀ ਹੈ, ਬਟ ਕਿਤੇ ਕਈ ਵਾਰ ਪੁੱਛ ਵੀ ਲੈਂਦੇ ਨੇ ਕਿ ਨੋਡ ਆਫ ਰਣਵੀਰ ਬਾਰੇ ਜਿਵੇਂ ਕੁਐਸਚਨ ਆ ਜਾਂਦਾ ਹੈ, ਕਈ ਵਾਰ ਆਇਆ ਹੋਇਆ। ਇੱਕ ਵਾਰ ਮੈਂ ਦੇਖਿਆ ਸੀ, ਸ਼ਾਇਦ ਮੈਂ ਵੀ ਅੱਜ ਆਪਣੇ ਹੋਏਗਾ ਵੀ ਇਹਦੇ ਵਿੱਚ, ਸ਼ਾਇਦ ਮੇ ਵੀ ਹੋਏ। ਠੀਕ ਹੈ, ਤਾਂ ਅੱਗੇ ਦੇਖੋ, ਹੁਣ ਫਿਰ ਇੱਕ ਚੀਜ਼ ਹੀ ਰਹਿ ਗਈ ਜਿਹਦੇ ਬਾਰੇ ਦੱਸਣਾ ਰਹਿ ਗਿਆ। ਬਾਕੀ ਤਾਂ ਸਾਰਿਆਂ ਬਾਰੇ ਪਤਾ ਲੱਗ ਗਿਆ ਸਾਨੂੰ, ਹੈ ਨਾ। ਆ ਇਹਨਾਂ ਦੇ ਵਿੱਚ ਵਾਲੇ ਸੈੱਲ ਬਾਰੇ ਵੀ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਕੀ ਕਿਹਾ, ਨੋਟਸ ਬਾਰੇ ਵੀ ਪਤਾ ਲੱਗ ਗਿਆ। ਹੁਣ ਆਹ ਜਿਹੜੀ ਉੱਪਰ ਕਵਰਿੰਗ ਹੈ, ਆਹ ਕਵਰਿੰਗ ਦਿਖ ਰਹੀ ਨਾ ਉੱਪਰ? ਠੀਕ ਹੈ, ਇੱਥੇ ਵੀ ਹੈ ਇਹ ਕਵਰਿੰਗ, ਇਹਨੂੰ ਕੀ ਕਿਹਾ ਜਾਂਦਾ? ਇਹ ਕਵਰਿੰਗ ਨੂੰ। ਠੀਕ ਹੈ, ਇਹ ਕਵਰਿੰਗ ਦਾ ਵੀ ਇੱਕ ਨਾਮ ਹੈ। ਇਹ ਕਵਰਿੰਗ ਦਾ ਨਾਮ ਕੀ ਹੈ? ਮੈਂ ਇੱਥੇ B ਲਿਖ ਕੇ ਕਵਰਿੰਗ ਦਾ ਨਾਮ ਲਿਖ ਰਿਹਾ, ਇੱਥੇ B ਪਾ ਕੇ ਕਵਰਿੰਗ ਦਾ ਨਾਮ ਲਿਖ ਰਿਹਾ। ਉਹ ਕਵਰਿੰਗ ਜਿਹੜੀ ਉੱਪਰ, ਉਹਨੂੰ ਕੀ ਕਿਹਾ ਜਾਂਦਾ? MYELIN, ਮਾਈਲੀਅਨ ਸ਼ੀਥ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ? ਮਾਈਲੀਅਨ ਸ਼ੀਥ। ਕਿਹਨੂੰ? ਆਹ ਜਿਹੜੀ ਕਵਰਿੰਗ ਹੈ ਨਾ ਉੱਪਰ, ਆਹ ਦੇਖੋ, ਇਹਦੇ ਉੱਪਰ ਆ ਕਵਰਿੰਗ ਹੈ, ਉੱਪਰ ਕਵਰਿੰਗ ਤੇ ਇਹਨੂੰ ਟੋਟਲ ਸਾਰੇ ਨੂੰ ਕੀ ਕਿਹਾ ਜਾਂਦਾ? ਐਗਜ਼ੋਨ। ਪਰ ਆ ਜਿਹੜੀ ਉੱਪਰ ਵਾਲੀ ਕਵਰਿੰਗ, ਇਹਨੂੰ ਮਾਈਲੀਅਨ ਸ਼ੀਥ, ਸੈਂਟਰ ਵਾਲੇ ਸੈੱਲ ਨੂੰ ਸਕਵੈਨ ਸੈੱਲ। ਠੀਕ ਹੈ, ਤੇ ਇਹ ਨੋਡਸ ਨੂੰ ਕੀ ਕਹਿੰਦੇ? ਨੋਡ ਆਫ ਰਣਵੀਰ। ਠੀਕ ਹੈ, ਹੁਣ ਸਾਰੀਆਂ ਚੀਜ਼ਾਂ ਬਾਰੇ ਕਲੀਅਰ ਹੋ ਗਿਆ? ਸਰ ਨੋਡ ਆਫ ਰਣਵੀਰ ਤਾਂ ਅੱਜ ਤੱਕ ਨਹੀਂ ਸੁਣਿਆ। ਹਾਂਜੀ, ਹੁਣ ਸੁਣ ਲਿਆ ਨਾ। ਮੈਂ ਉਹੀ ਕਹਿ ਰਿਹਾ ਕਿ ਸ਼ਾਇਦ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਦੇਖਿਆ ਹੋਣਾ, ਨਾ ਹੀ ਸੁਣਿਆ ਹੋਣਾ। ਠੀਕ ਹੈ, ਤਾਂ ਮਤਲਬ ਮੈਨੂੰ ਲੱਗਦਾ ਸੀ ਕਿ ਅਗਰ ਪੁੱਛ ਲਿਆ ਜਾ ਸਕਦਾ, ਕਿਉਂਕਿ ਇਹ ਡਾਇਗਰਾਮ ਬੜੀ ਹੀ ਇੰਪੋਰਟੈਂਟ ਹੈ। ਪੂਰੀ ਬੋਡੀ ਨੂੰ ਚਲਾ ਕੇ ਕਿਹਨੇ ਰੱਖਿਆ ਹੋਇਆ? ਤੁਸੀਂ ਦੱਸੋ ਇੱਕ ਵਾਰੀ, ਇੱਕ ਸਿੰਪਲ ਜਿਹਾ ਕੁਐਸਚਨ। ਨਰਵ ਸੈੱਲ ਜਾਂ ਨਿਊਰੋਨ ਤੋਂ ਇਲਾਵਾ ਕੀ ਆਪਣੀ ਬੋਡੀ ਦੇ ਵਿੱਚ ਕੋਈ ਵੀ ਫੰਕਸ਼ਨਿੰਗ, ਕੁਛ ਵੀ ਚੀਜ਼ ਪੋਸੀਬਲ ਹੈਗੀ ਹੈ? ਕਿਉਂਕਿ ਸਾਰਾ ਕੁਝ ਕਿਹਦੇ ਨਾਲ ਕਨੈਕਟਿਡ ਹੈ? ਬ੍ਰੇਨ ਨਾਲ। ਤਾਂ ਇਹ ਚੀਜ਼ ਇੰਨੀ ਕੁ ਇੰਪੋਰਟੈਂਟ ਹੈ ਨਾ, ਮਤਲਬ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਸੀਨ। ਮਤਲਬ ਪੂਰੀ ਬੋਡੀ ਹੀ ਕਹਿ ਲਓ ਇੱਕ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੇ ਚਲਾਈ ਹੋਈ ਹੈ। ਆਹ ਚੀਜ਼ਾਂ ਕਰਕੇ ਚੱਲ ਰਹੀ ਹੈ ਪੂਰੀ ਬੋਡੀ, ਹੈ ਨਾ। ਅਤੇ ਅਗਰ ਇਹ ਸਾਰੀਆਂ ਚੀਜ਼ਾਂ ਮਤਲਬ ਨਿਊਰੋਨ ਹੀ ਨਾ ਹੋਣਗੇ ਤਾਂ ਫਿਰ ਤਾਂ ਕੋਈ ਚੀਜ਼ ਪੋਸੀਬਲ ਹੈ ਹੀ ਨਹੀਂ, ਕੋਈ ਫੰਕਸ਼ਨਿੰਗ ਨਹੀਂ ਪੋਸੀਬਲ, ਕੋਈ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਕਿਉਂਕਿ ਬ੍ਰੇਨ ਤੱਕ ਅਗਰ ਸਿਗਨਲ ਹੀ ਨਹੀਂ ਜਾਏਗਾ ਤਾਂ ਕਿਵੇਂ ਪਤਾ ਚੱਲੇਗਾ। ਤਾਂ ਮੈਨੂੰ ਐ ਕਿ ਇਹ ਕਾਫੀ ਇੰਪੋਰਟੈਂਟ ਚੀਜ਼ ਹੈ, ਤਾਂ ਇਹਦੇ ਬਾਰੇ ਜੋ ਵੀ ਚੀਜ਼ਾਂ ਨੇ ਆਪਾਂ ਸਾਰਿਆਂ ਬਾਰੇ ਡਿਸਕਸ ਕਰ ਲਈਏ, ਕੁਛ ਵੀ ਨਾ ਛੱਡੀਏ। ਠੀਕ ਹੈ, ਤਾਂ ਇਹ ਉੱਪਰ ਵਾਲੀਆਂ ਕੀ ਨੇ? ਡੈਂਡਰਾਈਟਸ ਨੇ। ਸੈਂਟਰ ਦੇ ਵਿੱਚ ਕੀ ਹੁੰਦਾ? ਨਿਊਕਲੀਅਸ ਹੁੰਦਾ। ਇਹ ਵਿੱਚ ਵਾਲਾ ਕੀ ਹੈ? ਇਹਨੂੰ ਕੀ ਕਿਹਾ ਜਾਂਦਾ? ਸੈੱਲ ਬੋਡੀ ਜਾਂ ਫਿਰ ਸਾਈਟੋਨ। ਠੀਕ ਹੈ, ਆ ਟੋਟਲ ਨੂੰ ਵੀ ਸਾਈਟੋਨ ਕਹਿ ਲਿਆ ਜਾਂਦਾ, ਆ ਸਾਰੀ ਚੀਜ਼ ਨੂੰ। ਠੀਕ ਹੈ, ਆ ਸਾਰੇ ਦੇ ਸਾਰੇ ਨੂੰ ਵੀ ਕੀ ਕਿਹਾ ਲਿਆ ਜਾਂਦਾ? ਸਾਈਟੋਨ। ਤੇ ਆ ਵਿੱਚ ਵਾਲਾ ਜਿਹੜਾ ਲਿਕੁਇਡ ਹੈ ਇਹਨੂੰ ਵੀ ਕੀ ਕਹਿੰਦੇ ਨੇ? ਸੈੱਲ ਬੋਡੀ ਜਾਂ ਫਿਰ ਸਾਈਟੋਨ ਕਹਿੰਦੇ ਨੇ। ਠੀਕ ਹੈ, ਹੁਣ ਦੇਖੋ ਆ ਜਿਹੜੀ ਉੱਪਰ ਵਾਲੀ ਕਵਰਿੰਗ, ਇਹਨੂੰ ਕੀ ਕਹਿੰਦੇ ਨੇ? ਮਾਈਲੀਅਨ ਸ਼ੀਥ। ਸੈਂਟਰ ਵਾਲੇ ਸੈੱਲ ਨੂੰ ਸਕਵੈਨ ਸੈੱਲ। ਔਰ ਇਹ ਜਿਹੜੀਆਂ ਨੋਟਸ ਨੇ ਵਿੱਚ, ਇਹਨੂੰ ਕੀ ਕਹਿੰਦੇ ਨੇ? ਨੋਟਸ ਆਫ ਰਣਵੀਰ। ਇਹ ਰਣਵੀਰ ਸਿੰਘ ਨੇ ਦਿੱਤੀਆਂ ਸੀ, ਤਾਂ ਕਰਕੇ ਇਹਨੂੰ ਨੋਡ ਆਫ ਰਣਵੀਰ ਕਿਹਾ ਜਾਂਦਾ ਹੈ। ਠੀਕ ਹੈ, ਅੱਗੇ ਇਹ ਕੀ ਹੈ? ਨਰਵ ਐਂਡਿੰਗ। ਇੱਥੋਂ ਕੀ ਹੈ? ਨਰਵ ਦੀ ਐਂਡਿੰਗ ਹੋ ਗਈ। ਹੁਣ ਫੰਕਸ਼ਨਿੰਗ ਸਮਝੋ, ਇਹ ਚੱਲਦਾ ਕੀ ਐਕਚੁਅਲ ਦੇ ਵਿੱਚ। ਠੀਕ ਹੈ, ਹੁੰਦਾ ਕੀ ਐਕਚੁਅਲ ਦੇ ਵਿੱਚ? ਕੋਈ ਵੀ ਸਿਗਨਲ ਹੈ, ਠੀਕ ਹੈ, ਸਿਗਨਲ ਨੂੰ ਡਿਟੈਕਟ ਕਿਹਨੇ ਕਰਨਾ ਹੈ? ਡੈਂਡਰਾਈਟਸ ਨੇ। ਕੋਈ ਵੀ ਸਿਗਨਲ ਆਇਆ, ਇਲੈਕਟ੍ਰੀਕਲ ਸਿਗਨਲ ਆਇਆ, ਸਿਗਨਲ ਨੂੰ ਡਿਟੈਕਟ ਕਰਨ ਦਾ ਕੰਮ ਕਿਹਦਾ? ਸਭ ਤੋਂ ਪਹਿਲਾਂ ਸਿਗਨਲ ਕਿਹਦੇ ਕੋਲ ਪਹੁੰਚਿਆ? ਡੈਂਡਰਾਈਟਸ ਕੋਲ। ਠੀਕ ਹੈ, ਇਹਨਾਂ ਡੈਂਡਰਾਈਟਸ ਨੇ ਕੀ ਕੀਤਾ? ਉਹ ਸਿਗਨਲ ਨੂੰ ਸਾਈਟੋਨ ਰਾਹੀਂ ਕਿਹਦੇ ਕੋਲ ਪਹੁੰਚਾਇਆ? ਨਿਊਕਲੀਅਸ ਕੋਲ।
ਇਹਨਾਂ ਡੈਂਡਰਾਈਟਸ ਨੇ ਉਹ ਸਿਗਨਲ ਨੂੰ ਸਾਈਟੋਨ ਵਿੱਚ ਸਾਈਟੋਨ ਹੈਗਾ ਨਾ, ਸਾਈਟੋਨ ਰਾਹੀਂ ਕਿਹਦੇ ਕੋਲ ਪਹੁੰਚਾਇਆ, ਨਿਊਕਲੀਅਸ ਕੋਲ। ਠੀਕ ਹੈ, ਫਿਰ ਇਹ ਨਿਊਕਲੀਅਸ ਨੇ ਕੀ ਕਰਨਾ ਹੈ, ਇਹੀ ਸਿਗਨਲ ਨੂੰ ਸਾਈਟੋਨ ਰਾਹੀਂ ਅੱਗੇ ਕਿਹਦੇ ਕੋਲ ਪਹੁੰਚਾਉਣਾ ਹੈ, ਐਗਜ਼ੋਨ ਕੋਲ। ਠੀਕ ਹੈ, ਫਿਰ ਐਗਜ਼ੋਨ ਅੱਗੇ ਸਿਗਨਲ ਲੈ ਕੇ ਜਾਣਗੇ ਕਿੱਥੇ, ਨਰਵ ਐਂਡਿੰਗ ਤੱਕ। ਤਾਂ ਫਿਰ ਇਹ ਨਰਵ ਐਂਡਿੰਗ ਦੇ ਨਾਲ ਐਵੇਂ ਦੀਆਂ ਇੱਕ ਪਿੱਛੇ ਹੋਰ ਨਿਊਰੋਨ ਹੁੰਦਾ, ਇਹਦੀਆਂ ਡੈਂਡਰਾਈਟਸ ਵੀ ਇੱਥੇ ਨਰਵ ਐਂਡਿੰਗ ਨਾਲ ਲੱਗੀਆਂ ਹੁੰਦੀਆਂ ਨੇ। ਫਿਰ ਇੱਥੋਂ ਨਰਵ ਐਂਡਿੰਗ ਤੋਂ ਸਿਗਨਲ ਕਿਹਦੇ ਕੋਲ ਗਿਆ, ਫਿਰ ਡੈਂਡਰਾਈਟਸ ਕੋਲ। ਐਵੇਂ ਕਰਕੇ ਸਾਰਾ ਪ੍ਰੋਸੈਸ ਚੱਲ ਰਿਹਾ ਹੁੰਦਾ। ਮੈਂ ਇੱਕ ਵਾਰ ਦੁਬਾਰਾ ਐਕਸਪਲੇਨ ਕਰਦਾ, ਸਮਝ ਲੱਗੀ ਹੈ ਮੇ ਵੀ, ਸ਼ਾਇਦ ਨਹੀਂ ਲੱਗੀ ਕਈਆਂ ਨੂੰ। ਤਾਂ ਇੱਕ ਵਾਰ ਦੇਖ ਲਓ, ਡੈਂਡਰਾਈਟਸ ਕੋਲ ਸਿਗਨਲ ਪਹੁੰਚਿਆ, ਡੈਂਡਰਾਈਟਸ ਨੇ ਅੱਗੇ ਕਿਹਦੇ ਕੋਲ ਪਹੁੰਚਾਇਆ, ਨਿਊਕਲੀਅਸ ਕੋਲ। ਠੀਕ ਹੈ, ਨਿਊਕਲੀਅਸ ਨੇ ਕੀ ਕਰਨਾ, ਇਹੀ ਸਿਗਨਲ ਨੂੰ ਅੱਗੇ ਐਗਜ਼ੋਨ ਕੋਲ ਪਹੁੰਚਾਉਣਾ, ਤੇ ਐਗਜ਼ੋਨ ਨੇ ਕਿੱਥੇ ਪਹੁੰਚਾਉਣਾ, ਨਰਵ ਐਂਡਿੰਗ ਤੱਕ। ਠੀਕ ਹੈ, ਫਿਰ ਇਹ ਨਰਵ ਐਂਡਿੰਗ ਨਾਲ ਇੱਕ ਤਾਂ ਨਿਊਰੋਨ ਹੋਏਗਾ ਨਹੀਂ, ਕਾਫੀ ਸਾਰੇ ਨਿਊਰੋਨ ਹੋਣਗੇ ਨਾ, ਤਾਂ ਆਹੀ ਨਿਊਰੋਨ ਇਹਦੇ ਨਾਲ ਅਟੈਚਡ ਹੋਏਗਾ ਪਿੱਛੇ ਇੱਕ ਹੋਰ ਐਵੇਂ ਦਾ। ਠੀਕ ਹੈ, ਨਰਵ ਐਂਡਿੰਗ ਤੋਂ ਉਹੀ ਕਿੱਥੇ ਸਿਗਨਲ ਦੁਬਾਰਾ ਪਹੁੰਚੇਗਾ, ਡੈਂਡਰਾਈਟਸ ਕੋਲ। ਐਵੇਂ ਪਿੱਛੇ ਨਿਊਰੋਨ ਸਟਰਕਚਰ ਹੋਏਗੀ ਨਾ ਇੱਕ ਹੋਰ ਐਵੇਂ ਦੀ, ਨਰਵ ਐਂਡਿੰਗ ਦੇ ਨਾਲ ਇਹਨਾਂ ਦੀਆਂ ਚੀਜ਼ਾਂ ਪੰਖੜੀਆਂ ਜਿਹਦੇ ਨਾਲ ਅਟੈਚਡ ਹੋਣਗੀਆਂ। ਠੀਕ ਹੈ, ਉਹ ਤੋਂ ਬਾਅਦ ਇਹਨਾਂ ਕੋਲੋਂ ਸਿਗਨਲ ਕਿਹਦੇ ਕੋਲ ਪਹੁੰਚੇਗਾ, ਫਿਰ ਡੈਂਡਰਾਈਟਸ ਕੋਲ, ਫਿਰ ਸਾਰਾ ਕੰਮ ਅੱਗੇ। ਐਵੇਂ ਦੇ ਕਾਫੀ ਸਾਰੇ ਨਿਊਰੋਨ ਜਿਹੜੇ ਜੁੜ ਕੇ ਕੀ ਹੈ, ਸਿਗਨਲ ਆਪਣੇ ਬ੍ਰੇਨ ਤੱਕ ਪਹੁੰਚਦਾ। ਐਵੇਂ ਨਾ ਸੋਚੋ ਕਿ ਇੱਕ ਨਿਊਰੋਨ ਉੱਠਦਾ ਇੱਕ ਜਗ੍ਹਾ ਤੋਂ ਤੇ ਉਹ ਸਿਗਨਲ ਦੂਜੀ ਜਗ੍ਹਾ ਤੇ ਪਹੁੰਚਾਉਂਦਾ। ਠੀਕ ਹੈ, ਐਵੇਂ ਨਹੀਂ ਗਾ, ਕਨੈਕਸ਼ਨ ਹੈਗਾ। ਇਹ ਕਾਫੀ ਸਾਰੇ ਜਾਲ ਵਿਸ਼ਾ ਹੋਇਆ, ਐਵੇਂ ਕਹਿ ਲਓ ਨਿਊਰੋਨ ਦਾ ਕੀ ਹੈ, ਜਾਲ ਵਿਸ਼ਾ ਹੋਇਆ। ਇੱਕ ਨਿਊਰੋਨ ਤੋਂ ਦੂਸਰੇ ਨਿਊਰੋਨ ਤੱਕ ਸਿਗਨਲ ਪਾਸ ਹੋਇਆ, ਦੂਸਰੇ ਨਿਊਰੋਨ ਤੋਂ ਤੀਸਰੇ ਤੱਕ, ਤੀਸਰੇ ਤੋਂ ਚੌਥੇ ਤੱਕ, ਚੌਥੇ ਤੋਂ ਪੰਜਵੇਂ ਤੱਕ। ਐਵੇਂ ਕਰਦੇ ਕਰਦੇ ਆਪਣੇ ਬ੍ਰੇਨ ਤੱਕ ਜਿਹੜਾ ਸਿਗਨਲ ਪਹੁੰਚਦਾ। ਅਤੇ ਇਹ ਕੰਮ ਬੜੀ ਫਾਸਟ ਹੁੰਦਾ। ਠੀਕ ਹੈ, ਤੁਹਾਨੂੰ ਵੀ ਪਤਾ ਹੈ ਮਿਲੀ ਸੈਕਿੰਡ ਦੇ ਵਿੱਚ ਇਹ ਹੋ ਜਾਂਦਾ ਕਿ ਮਤਲਬ ਜਿਵੇਂ ਹੀ ਆਪਾਂ ਨੂੰ ਕੋਈ ਗਰਮ ਵਗੈਰਾ ਚੀਜ਼ ਲੱਗਦੀ ਹੈ, ਨਾਲ ਦੀ ਨਾਲ ਆਪਾਂ ਹੱਥ ਪਿੱਛੇ ਕਰ ਲੈਂਦੇ ਹਾਂ, ਆਪਣੇ ਬ੍ਰੇਨ ਤੱਕ ਉਵੇਂ ਹੀ ਮਿੰਟਾਂ ਦੇ ਵਿੱਚ ਹੀ ਸਿਗਨਲ ਪਹੁੰਚ ਜਾਂਦਾ ਕਿ ਹਾਂ ਉਹ ਚੀਜ਼ ਗਰਮ ਹੈ, ਤੁਹਾਨੂੰ ਛੱਡ ਦੇ। ਠੀਕ ਹੈ, ਤਾਂ ਹੁਣ ਸਮਝ ਲੱਗੀ। ਇੱਕ ਵਾਰ ਮੈਂ ਦੁਬਾਰਾ ਦੱਸ ਦਿੰਦਾ, ਆਹ ਜਿਹੜੀ ਕਵਰਿੰਗ ਇਹਨੂੰ ਕੀ ਕਿਹਾ ਜਾਂਦਾ, ਮਾਈਲੀਅਨ ਸ਼ੀਥ। ਵਿੱਚ ਵਾਲੇ ਸੈੱਲ ਨੂੰ ਕੀ ਕਿਹਾ ਜਾਂਦਾ ਹੈ, ਸਕਵੈਨ ਸੈੱਲ। ਠੀਕ ਹੈ, ਤੇ ਇਹ ਜਿਹੜੀਆਂ ਨੋਡਸ ਨੇ ਇਹਨਾਂ ਨੂੰ ਕੀ ਕਹਿੰਦਾ, ਨੋਡ ਆਫ ਰਣਵੀਰ। ਤੇ ਇਹ ਕੀ ਹੁੰਦੀਆਂ ਨੇ, ਉੱਪਰ ਵਾਲੀਆਂ ਡੈਂਡਰਾਈਟਸ, ਇਹ ਵਾਲਾ ਨਿਊਕਲੀਅਸ, ਵਿੱਚ ਵਾਲਾ ਕੀ ਹੈ, ਸਾਈਟੋਨ ਜਾਂ ਫਿਰ ਸੈੱਲ ਬੋਡੀ, ਇਹ ਵਾਲਾ ਕੀ ਹੈ, ਨਰਵ ਐਂਡਿੰਗ। ਠੀਕ ਹੈ, ਤਾਂ ਕਲੀਅਰ ਹੋਇਆ ਸਭ ਨੂੰ ਮੈਂ ਕੀ ਕਹਿ ਰਿਹਾ, ਕਲੀਅਰ ਹੋ ਗਿਆ ਸਭ ਨੂੰ। ਆਪਾਂ ਇਹਦੇ ਕੁਐਸਚਨ ਕਰੀਏ, ਇੱਕ ਵਾਰ ਕਮੈਂਟ ਕਰਕੇ ਦੱਸੋ ਕਿ ਆਪਾਂ ਇਹਨਾਂ ਦੇ ਕੁਐਸਚਨਸ ਵੱਲ ਚੱਲੀਏ। ਤੇ ਇਹ ਆਪਣਾ ਜਿਹੜਾ ਟਿਸ਼ੂ ਚੈਪਟਰ ਉਹ ਕੰਪਲੀਟ ਹੋ ਚੁੱਕਿਆ। ਦੇਖੋ ਕੋਈ ਲੱਗਿਆ ਬਾਹਲਾ ਔਖਾ ਸੀਗਾ, ਅਗਰ ਆਪਾਂ ਇੱਕ ਵੇ ਦੇ ਨਾਲ ਚੱਲੇ ਹਾਂ ਤਾਂ ਆਪਾਂ ਨੂੰ ਹੁਣ ਐਵੇਂ ਲੱਗ ਰਿਹਾ ਕਿ ਹਾਂ ਮਤਲਬ ਕੋਈ ਐਡਾ ਔਖੇ ਵਾਲੀ ਗੱਲ ਨਹੀਂ ਸੀ, ਕੁਛ ਇਹਦੇ 'ਚ ਬਾਹਲਾ ਜ਼ਿਆਦਾ ਹੈ ਨਹੀਂਗਾ। ਬਟ ਆਪਾਂ ਦੇਖੀਏ ਤਾਂ ਗਿਣ ਚੁਣ ਕੇ, ਮਤਲਬ ਅਗਰ ਟੇਬਲ ਬਣਾਈਏ ਤਾਂ ਮਿੰਟੋ ਮਿੰਟ ਹੀ ਇਹ ਚੈਪਟਰ ਜਿਹੜਾ ਖਤਮ ਹੁੰਦਾ ਆਪਣਾ। ਠੀਕ ਹੈ, ਇੱਕ ਵੇ ਦੇ ਨਾਲ ਖਤਮ ਹੁੰਦਾ, ਇੱਕ ਤਰੀਕੇ ਦੇ ਨਾਲ ਜਿਹੜਾ ਇਹ ਆਪਣਾ ਚੈਪਟਰ ਜਿਹੜਾ ਖਤਮ ਹੁੰਦਾ ਹੈ। ਕਿ ਟਿਸ਼ੂ ਦੋ ਟਾਈਪ ਦਾ ਹੁੰਦਾ, ਪਲਾਂਟ ਟਿਸ਼ੂ, ਐਨੀਮਲ ਟਿਸ਼ੂ। ਪਲਾਂਟ ਟਿਸ਼ੂ ਬਾਰੇ ਆਪਾਂ ਕੱਲ੍ਹ ਨੂੰ ਗੱਲ ਕਰੀ, ਪਰਸੋਂ ਨੂੰ ਸ਼ਾਇਦ ਮੇ ਵੀ, ਅਤੇ ਕੱਲ੍ਹ ਆਪਾਂ ਐਨੀਮਲ ਟਿਸ਼ੂ ਅਤੇ ਅੱਜ ਥੋੜ੍ਹਾ ਜਿਹੀ ਉਹਦੇ ਬਾਰੇ ਗੱਲ ਕਰੀ, ਅਤੇ ਆਪਣਾ ਸਾਰਾ ਚੈਪਟਰ ਜਿਹੜਾ ਖਤਮ ਹੋ ਗਿਆ। ਹੁਣ ਆਪਾਂ ਇਹਦੇ ਕੁਛ ਘੈਂਟ ਕੁਐਸਚਨ ਤੁਹਾਡੇ ਲਈ ਲੈ ਕੇ ਆਏ ਹਾਂ, ਜਿਹਦੀਆਂ ਪੰਜ ਆਪਸ਼ਨਸ ਨੇ। ਠੀਕ ਹੈ, ਤਾਂ ਦਿਖਾਈਆਂ ਜਾਣ ਕਿ ਨਾ ਦਿਖਾਈਆਂ ਜਾਣ। ਕਾਫੀ ਜਣੇ ਤਾਂ ਕਹਿ ਰਹੇ ਹੋਣੇ ਨੇ ਕਿ ਦਿਖਾ ਹੀ ਦਿਓ, ਤਾਂ ਚਲੋ ਸ਼ਕਲਾ ਕਾ ਬੂਮ ਬੂਮ। ਠੀਕ ਹੈ ਜੀ, ਹੁਣ ਇੱਕ ਚੀਜ਼ ਧਿਆਨ ਨਾਲ ਸੁਣ ਲਓ, ਇੱਕ ਵਾਰ ਮੈਂ ਇੱਥੋਂ ਹੱਥ ਰੱਖ ਲੈਣਾ। ਸਭ ਤੋਂ ਪਹਿਲੀ ਚੀਜ਼, ਠੀਕ ਹੈ, ਸਭ ਤੋਂ ਪਹਿਲੀ ਚੀਜ਼, ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰ ਇਹਨੂੰ ਜ਼ਰੂਰ ਪੜ੍ਹ ਲਿਆ ਜੀ, ਧਿਆਨ ਨਾਲ ਪੜ੍ਹਿਆ ਜੇ ਕਿ ਕੀ ਕਹਿ ਕੀ ਰਹੇ ਨੇ, ਆਪਸ਼ਨ ਦੇ ਵਿੱਚ ਕੀ ਹੈਗੇ, ਧਿਆਨ ਨਾਲ ਪੜ੍ਹ ਕੇ ਫਿਰ ਜਵਾਬ ਦੇਣਾ ਹੈ। ਠੀਕ ਹੈ, ਕੁਐਸਚਨ ਉਹੀ ਨੇ ਜੋ ਤੁਸੀਂ ਹੁਣ ਤੱਕ ਪੜ੍ਹ ਰੱਖਿਆ, ਕੁਛ ਉਹਦੇ ਤੋਂ ਬਾਹਰ ਨਹੀਂ ਗਾ। ਠੀਕ ਹੈ, ਬਾਕੀ ਜੇ ਕੁਛ ਲੱਗੀ ਕੋਈ ਮਤਲਬ ਉੱਦਾਂ ਦੀ ਗੱਲ ਕਿ ਜਿਹੜੀ ਹਾਂ ਮੈਂ ਆਪਾਂ ਇੱਥੇ ਨਹੀਂ ਕਰੀ ਜਾਂ ਨਹੀਂ ਦੱਸਿਆ ਗਿਆ ਉਹਦੇ ਬਾਰੇ, ਤਾਂ ਕੋਈ ਚੱਕਰ ਨਹੀਂ, ਉਹ ਚੀਜ਼ ਆਪਾਂ ਇੱਥੇ ਡਿਸਕਸ ਕਰ ਲਾਂਗੇ। ਠੀਕ ਹੈ, ਇਹ ਕੁਐਸਚਨ ਆਹੀ ਹੁੰਦੇ ਨੇ ਕਿ ਕੋਈ ਇੱਕ ਅੱਧੀ ਚੀਜ਼ ਅਗਰ ਰਹਿ ਜਾਂਦੀ ਹੈ ਤਾਂ ਆਪਾਂ ਉਹਨਾਂ ਨੂੰ ਦੱਸ ਦਈਏ ਦੁਬਾਰਾ, ਬਾਕੀ ਜ਼ਿਆਦਾਤਰ ਤੁਸੀਂ ਚੀਜ਼ਾਂ ਨੂੰ ਕਰਿਆ ਹੋਇਆ। ਠੀਕ ਹੈ, ਤਾਂ ਹੁਣ ਟਾਈਮ ਤੁਹਾਡਾ ਸਟਾਰਟ ਹੁੰਦਾ। ਫਸਟ ਕੁਐਸਚਨ ਤੁਹਾਡੇ ਸਾਹਮਣੇ ਹੈ, ਚਾਰ ਆਪਸ਼ਨਸ ਵੀ ਸਾਹਮਣੇ ਹੈ। ਠੀਕ ਹੈ, ਚਾਰ ਆਪਸ਼ਨਸ ਵੀ ਤੁਹਾਡੇ ਸਾਹਮਣੇ ਹੈ। ਤਾਂ ਪਹਿਲਾ ਕੁਐਸਚਨ ਕੀ ਹੈ, ਲਾਈਜ਼ੋਸੋਮਸ ਆਰ ਕਾਲਡ ਸੁਸਾਈਡਲ ਬੈਗਸ ਬਿਕੋਜ਼, ਕਹਿੰਦੇ ਲਾਈਜ਼ੋਸੋਮਸ ਨੂੰ ਸੁਸਾਈਡਲ ਬੈਗਸ ਕਹਿੰਦੇ ਨੇ, ਕਿਉਂ ਕਹਿੰਦੇ ਨੇ। ਨੀਚੇ ਚਾਰ ਨਹੀਂ ਪੰਜ ਆਪਸ਼ਨਸ ਨੇ, ਤੁਸੀਂ ਇਹਨਾਂ ਪੰਜਾਂ ਦੇ ਵਿੱਚੋਂ ਕੋਈ ਵੀ ਇੱਕ ਆਪਸ਼ਨ ਨੂੰ ਟਿਕ ਕਰਨਾ ਹੈ। ਠੀਕ ਹੈ, ਤਾਂ ਜਲਦੀ ਕਮੈਂਟ ਕਰਕੇ ਦੱਸੋ, ਦੇਖਦੇ ਹਾਂ ਅੱਜ ਕਿਹੜਾ ਫਾਸਟ ਰਿਪਲਾਈ ਕਰਦਾ ਹੈ, ਕਿਹਦੇ ਜਵਾਬ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਆਉਂਦੇ ਨੇ। ਠੀਕ ਹੈ, ਤਾਂ ਜਲਦੀ ਕਰੋ ਟਰਾਈ, ਇਹਨੂੰ ਪੜ੍ਹੋ ਜਲਦੀ। ਸਕਰੀਨਸ਼ਾਟ ਕਰਨਾ, ਸਕਰੀਨਸ਼ਾਟ ਕਰ ਲਓ, ਵੈਸੇ ਤਾਂ ਗਰੁੱਪ 'ਚ PDF ਆ ਹੀ ਜਾਂਦੀ ਹੈ, ਤਾਂ ਇੱਕ ਵਾਰ ਕੋਸ਼ਿਸ਼ ਕਰੋ ਕਿ ਸਿੱਧਾ ਪੜ੍ਹਨ ਦੀ। ਲਾਈਜ਼ੋਸੋਮਸ ਆਰ ਕਾਲਡ ਸੁਸਾਈਡਲ ਬੈਗਸ ਬਿਕੋਜ਼, ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਇਟ ਕੋਸਿਸ ਦੀ ਸੈਲ ਟੂ ਬ੍ਰੇਕ ਇਟਸ ਸੈਲ ਮੈਂਬਰੇਨ ਕੋਜ਼ਿੰਗ ਡੈਥ। It kills the surrounding cells by releasing enzymes
ਅੱਛਾ ਇਹ ਵਿਜ਼ੀਬਲ ਹੈ ਨਾ ਸਭ ਨੂੰ, ਪੈਨ ਨਾਲ ਲਿਖਿਆ ਗਿਆ ਤਾਂ ਮਤਲਬ ਸਭ ਨੂੰ ਕਲੀਅਰਲੀ ਦਿਖ ਰਿਹਾ ਨਾ ਕੀ ਲਿਖਿਆ। ਵੈਸੇ ਤਾਂ ਮੈਂ ਖੁੱਲਾ ਖੁੱਲਾ ਲਿਖਿਆ ਥੋੜਾ ਜਿਹਾ ਕਿ ਹਾਂ ਪ੍ਰੋਪਰਲੀ ਵਿਜ਼ੀਬਲ ਹੋਵੇ। ਲਾਸਟ ਡੀ ਆਪਸ਼ਨ ਹੈ ਆਲ ਆਫ ਥੀਸ ਤੇ ਇੱਕ ਈ ਆਪਸ਼ਨ ਹੈ ਨਨ ਆਫ ਥੀਸ। ਅੱਛਾ ਕਰਨ ਕੰਬੋਜ ਤੇ ਕਰਨ, ਦੋਨੋਂ ਕਰਨ ਤੇ ਇੱਕ ਵਰਿੰਦਰ ਵੀਰਾ, ਇਹ ਸਾਰੇ ਡੀ ਆਪਸ਼ਨ ਨਾਲ ਐਗਰੀ ਕਰ ਰਹੇ ਨੇ। ਵਿਕਾਸ ਡੀ, ਮਨਦੀਪ ਕੰਬੋਜ ਡੀ। ਹਾਂਜੀ ਡੀ ਤੋਂ ਇਲਾਵਾ ਕਿਸੇ ਦਾ ਕੋਈ ਹੋਰ ਆਨਸਰ ਹੈਗਾ ਤਾਂ ਕਮੈਂਟ ਕਰ ਸਕਦਾ। ਡੀ ਤੋਂ ਇਲਾਵਾ ਕਿਸੇ ਦੀ ਕੋਈ ਹੋਰ ਆਪਸ਼ਨ ਹੈਗੀ? ਕਵਿਤਾ ਜਈਆ ਬੀ ਆਪਸ਼ਨ। ਕਵਿਤਾ ਗਲਤ ਕਰ ਗਈ। ਕਵਿਤਾ ਤੇਰੇ ਤੋਂ ਇਹ ਉਮੀਦ ਨਹੀਂ, ਤੁਸੀਂ ਕੁਛ ਬ੍ਰਿਲੀਅੰਟ ਬੱਚੇ ਹੈਗੇ ਹੋ ਆਪਣੀ ਕਲਾਸ ਦੇ, ਵੈਸੇ ਤਾਂ ਸਾਰੇ ਬ੍ਰਿਲੀਅੰਟ ਨੇ। ਨਵਜੋਤ ਫਿਰ ਗਲਤ, ਨਵਜੋਤ ਕਵਿਤਾ ਤੁਸੀਂ ਪਤਾ ਨਹੀਂ ਕੀ ਕਰ ਰਹੇ ਹੋ। ਹਾਂਜੀ ਹੁਣ ਠੀਕ ਹੈ ਕਵਿਤਾ ਜੀ, ਹੁਣ ਸਹੀ ਹੈ ਤੁਹਾਡਾ। ਨਵਜੋਤ ਕਵਿਤਾ ਤੁਹਾਡੇ ਤੋਂ ਬਿਲਕੁਲ ਇਹ ਉਮੀਦ ਨਹੀਂ ਗੀ, ਐਵੇਂ ਨਾ ਕਰੋ। ਅਨਮੋਲ ਥਿੰਦ ਬੀ, ਹਾਂਜੀ ਅਨਮੋਲ ਜੀ ਗਲਤ ਕਰ ਗਏ। ਚਲੋ ਦੇਖੋ ਡੀ ਵਾਲੇ, ਅੱਛਾ ਗਲਤੀ ਨਾਲ ਹੋ ਗਿਆ ਸੀਗਾ, ਫਿਰ ਠੀਕ ਹੈ। ਮੈਂ ਉਹੀ ਕਹਿ ਰਿਹਾ ਨਾ ਤੁਹਾਡੇ ਤੋਂ ਉਮੀਦ ਨਹੀਂ ਬਣਦੀ, ਮਤਲਬ ਤੁਹਾਡੇ ਤੋਂ ਪੂਰੀ ਉਮੀਦ ਸੀ ਕਿ ਸਹੀ ਜਵਾਬ ਦੇਣ ਦੀ, ਕਿਉਂਕਿ ਹਾਂ ਵੈਸੇ ਤਾਂ ਸਾਰੇ ਬੱਚੇ ਆਪਣੇ ਕੋਲ ਵਧੀਆ ਨੇ। ਸਰ ਥੋੜ੍ਹੀ ਪੰਜਾਬੀ ਵਿੱਚ ਨਾਲ ਦੱਸਿਓ ਜੀ। ਹਾਂਜੀ ਬਿਲਕੁਲ ਟੈਨਸ਼ਨ ਨਾ ਲਓ, ਆਪਾਂ ਉਹਨੂੰ ਇਹਨੂੰ ਪੰਜਾਬੀ 'ਚ ਹੀ ਐਕਸਪਲੇਨ ਕਰਦੇ ਹਾਂ। ਦੇਖੋ ਕਹਿੰਦੇ ਲਾਈਜ਼ੋਸੋਮਸ ਆਰ ਕਾਲਡ ਸੁਸਾਈਡਲ ਬੈਗਸ ਬਿਕੋਜ਼, ਕਹਿੰਦੇ ਲਾਈਜ਼ੋਸੋਮਸ ਨੂੰ ਸੁਸਾਈਡਲ ਬੈਗ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ? ਪਹਿਲੀ ਆਪਸ਼ਨ ਹੈ ਇਟ ਕੋਸਿਸ ਦੀ ਸੈਲ ਟੂ ਬ੍ਰੇਕ, ਕਹਿੰਦੇ ਇਹ ਕੀ ਕਰਾਉਂਦਾ, ਸੈੱਲ ਨੂੰ ਬ੍ਰੇਕ ਕਰਾ ਦਿੰਦਾ, ਉਹਦੀ ਸੈੱਲ ਦੀ ਮੈਂਬਰੇਨ ਨੂੰ ਵੀ ਤੋੜ ਦਿੰਦਾ ਤੇ ਕੀ ਕਰਾ ਦਿੰਦਾ, ਉਹਦੀ ਡੈਥ ਕਰਾ ਦਿੰਦਾ। ਹਾਂ ਬਿਲਕੁਲ ਸਹੀ ਹੈ, ਡੈਥ ਤਾਂ ਕਰਾਉਂਦਾ ਹੀ ਹੈ ਸੈੱਲ ਦੀ। ਆਪਾਂ ਆਹੀ ਤਾਂ ਪੜ੍ਹਿਆ ਸੀਗਾ ਕਿ ਇਹ ਕੀ ਕਰੇਗਾ, ਇਹਦੇ ਵਿੱਚ ਇੰਜਾਈਮਸ ਹੈਗੇ ਨੇ, ਇੰਜਾਈਮਸ ਨੂੰ ਛੱਡ ਦੇਗਾ, ਮਤਲਬ ਆ ਫਟ ਜਾਏਗਾ, ਇੰਜਾਈਮਸ ਨੂੰ ਛੱਡ ਦੇਗਾ ਤਾਂ ਸਾਰਾ ਸੈੱਲ ਕੀ ਹੈ ਉਹਨੂੰ ਮਾਰ ਦੇਗਾ। ਸੈਕਿੰਡ ਇਟ ਕਿਲਸ ਦੀ ਸਰਾਊਂਡਿੰਗ ਸੈਲਸ ਬਾਏ ਰਿਲੀਜ਼ਿੰਗ ਇੰਜਾਈਮਸ, ਕਹਿੰਦੇ ਇਹ ਕੀ ਕਰੇਗਾ, ਸੈਲਸ ਨੂੰ ਕੀ ਕਰੇਗਾ ਸਰ ਥੋੜੀ, ਹਾਂਜੀ ਇਟ ਕਿਲਸ ਦੀ ਸਰਾਊਂਡਿੰਗ ਸੈਲਸ ਬਾਏ ਰਿਲੀਜ਼ਿੰਗ ਐਂਜ਼ਾਈਮਸ, ਕਹਿੰਦੇ ਇਹਨੂੰ ਜਿਹੜਾ ਦੇਖੋ ਲਾਈਜ਼ੋਸੋਮ ਅੰਦਰ ਪ੍ਰੈਜ਼ੈਂਟ ਹੋਏਗਾ ਨਾ ਆਪਦੇ ਸੈੱਲ ਦੇ, ਠੀਕ ਹੈ, ਤਾਂ ਇਹਨੂੰ ਜਿਹੜੇ ਸੈੱਲ ਨੇ ਸਰਾਊਂਡ ਕਰ ਰਿਹਾ ਹੋਏਗਾ, ਇਹ ਆਪਦਾ ਇਹਦਾ ਸੈੱਲ ਹੋਏਗਾ। ਦੇਖੋ ਐਵੇਂ ਦਾ ਸੈੱਲ ਹੋਏਗਾ ਨਾ, ਆ ਇੱਕ ਸੈੱਲ ਹੈ, ਠੀਕ ਹੈ, ਸੈੱਲ ਦੇ ਅੰਦਰ ਕੀ ਹੋ ਗਿਆ, ਇੱਥੇ ਨਿਊਕਲੀਅਸ, ਨਿਊਕਲੀਅਸ ਦੇ ਇੱਥੇ ਸਾਈਟੋਪਲਾਜ਼ਮ, ਇੱਥੇ ਕਿਤੇ ਹੋਣਗੇ ਲਾਈਜ਼ੋਸੋਮਸ ਵਗੈਰਾ ਹੈ ਨਾ, ਸੈੱਲ ਆਰਗੈਨੈਲਿਸ ਜਿਹਨੂੰ ਕਹਿੰਦੇ ਆ। ਹੁਣ ਦੇਖੋ ਇਹਨੂੰ ਇੱਕ ਸੈੱਲ ਨੇ ਸਰਾਊਂਡ ਕਰ ਰੱਖਿਆ ਨਾ, ਉਹ ਸੈੱਲ ਕੌਣ ਹੈ, ਇਹਦਾ ਆਪਦਾ ਹੀ ਸੈੱਲ, ਠੀਕ ਹੈ। ਇਹ ਕੀ ਕਰੇਗਾ, ਆਪਦੇ ਸਾਰੇ ਇੰਜਾਈਮ ਛੱਡੇਗਾ ਤੇ ਉਹ ਸੈੱਲ ਨੂੰ ਕੀ ਕਰ ਦੇਗਾ, ਕਿਲ ਕਰ ਦੇਗਾ। ਹਾਂ ਸਹੀ ਹੈ ਇਹ ਵੀ ਆਪਸ਼ਨ, ਠੀਕ ਹੈ। ਅੱਗੇ ਦੀ ਐਂਜ਼ਾਈਮਸ ਆਰ ਕੈਪੇਬਲ ਆਫ ਡਾਈਜੈਸਟਿੰਗ ਸੈੱਲ, ਹਾਂ ਇਹਦੇ ਐਂਜ਼ਾਈਮਸ ਕੀ ਹੁੰਦੇ ਨੇ, ਇੰਨੇ ਕੁ ਤਾਂ ਖਾਸੀਅਤ ਰੱਖਦੇ ਹੀ ਨੇ ਉਹ ਕਿ ਆਪਦੇ ਸੈੱਲ ਨੂੰ ਕੀ ਕਰ ਸਕਣ, ਡਾਈਜੈਸਟ ਕਰ ਸਕਣ, ਯਾਨੀ ਕਿ ਖਤਮ ਕਰ ਸਕਣ। ਤਾਂ ਫਿਰ ਇਹਦਾ ਆਪਸ਼ਨ ਕੀ ਸਹੀ ਬਣੇਗੀ, ਆਲ ਆਫ ਥੀਸ, ਯਾਨੀ ਕਿ ਡੀ ਆਪਸ਼ਨ ਜਿਹੜੀ ਹੁੰਦੀ ਹੈ ਉਹ ਕਰੈਕਟ ਹੈ। ਅੱਛਾ ਹੁਣ ਜਿਹਨੂੰ ਡੀ ਆਪਸ਼ਨ ਕਿਉਂ ਟਿਕ ਕਰ ਰਹੇ ਆਪਾਂ, ਉਹਦੀ ਸਮਝ ਨਹੀਂ ਲੱਗੀ ਪਲੀਜ਼ ਉਹੀ ਕਮੈਂਟ ਕਰਿਓ, ਨਹੀਂ ਤਾਂ ਆਪਾਂ ਅੱਗੇ ਚੱਲਦੇ ਹਾਂ। ਸਮਝ ਲੱਗ ਗਈ ਡੀ ਆਪਸ਼ਨ ਕਿਉਂ ਇਹਦਾ ਆਨਸਰ ਆ ਰਿਹਾ, ਕਿਉਂਕਿ ਸਾਰੀਆਂ ਆਪਸ਼ਨ ਉੱਪਰ ਵਾਲੀਆਂ ਕੀ ਸੀਗੀਆਂ, ਸਹੀ ਸੀਗੀਆਂ। ਤਾਂ ਈ ਆਪਸ਼ਨ ਤਾਂ ਆ ਹੀ ਨਹੀਂ ਸਕਦੀ ਜਦੋਂ ਕਿ ਸਾਰੀਆਂ ਹੀ ਸਹੀ ਨੇ, ਤਾਂ ਨਨ ਆਫ ਥੀਸ ਤਾਂ ਆ ਹੀ ਨਹੀਂ ਸਕਦਾ ਹੈ ਨਾ। ਤਾਂ ਡੀ ਆਪਸ਼ਨ ਜਿਹੜਾ ਆਪਣਾ ਉਹ ਸਹੀ ਆਨਸਰ ਹੈ। ਹਾਂ ਮਤਲਬ ਆਪਸ਼ਨ ਤਾਂ ਹੈਗੀਆਂ ਨੇ 5, ਬਟ ਐਵੇਂ ਧੱਕੇ ਨਾਲ ਹੀ 5 ਬਣਾਈਆਂ ਹੋਈਆਂ ਨੇ ਕਹਿ ਲਓ। ਅੱਗੇ ਦੇਖੋ, ਓਕੇ ਜੀ ਓਕੇ, ਕੀ ਲਿਖਿਆ, ਵਨ ਆਫ ਦੀ ਫੋਲੋਇੰਗ ਇਜ਼ ਨੋਟ ਟਰੂ ਅਬਾਊਟ ਕਾਰਡੀਅਕ ਮਸਲਸ। ਤਾਂ ਦੇਖੋ ਬੜਾ ਹੀ ਵਧੀਆ ਕੁਐਸਚਨ, ਹਾਂਜੀ ਬਹੁਤ ਵਧੀਆ ਕੁਐਸਚਨ। ਅੱਗੇ ਦੇਖੋ ਅਗਲਾ ਕੁਐਸਚਨ ਦੇਖੋ, ਕਹਿੰਦੇ ਵਨ ਆਫ ਦੀ ਫੋਲੋਇੰਗ ਇਜ਼ ਨੋਟ ਅਬਾਊਟ ਟਰੂ ਅਬਾਊਟ, ਕਹਿੰਦੇ ਇਹਨਾਂ ਵਿੱਚੋਂ ਕੋਈ ਇੱਕ ਗੱਲ ਸਹੀ ਨਹੀਂ ਗੀ। ਸਰ ਜੀ ਸੀ ਦੱਸੋ, ਅੱਛਾ ਸੀ ਦੱਸਦੇ ਆ। ਦੇਖੋ ਦ ਇੰਜ਼ਾਈਮਸ ਆਰ ਕੈਪੇਬਲ ਆਫ ਡਾਈਜੈਸਟਿੰਗ ਸੈੱਲ, ਹੁਣ ਦੇਖੋ ਕੈਪੇਬਲ ਪਤਾ ਕੀ ਹੁੰਦਾ ਹੈ, ਮਤਲਬ ਉਹਦੇ 'ਚ क्षमता ਹੈਗੀ ਹੈ ਕਿ ਆਪਦੇ ਸੈੱਲ ਨੂੰ ਡਾਈਜੈਸਟ ਕਰਨ ਦੀ, ਯਾਨੀ ਕਿ ਖਤਮ ਕਰਨ ਦੀ। ਹਾਂ ਤੇ ਉਹਦੇ ਇੰਜ਼ਾਈਮਸ ਤਾਂ ਬੜੇ ਸਟਰੋਂਗ ਹੁੰਦੇ ਨੇ, ਆਪਾਂ ਆਹੀ ਗੱਲ ਕੀਤੀ ਸੀ ਕਿ ਉਹ ਫਟਦਾ ਜਦੋਂ ਤੇ ਉਹਦੇ ਅੰਦਰ ਇੰਨੇ ਸਟਰੋਂਗ ਇੰਜ਼ਾਈਮਸ ਹੁੰਦੇ ਨੇ ਕਿ ਉਹ ਸਾਰੇ ਸੈੱਲ ਨੂੰ ਕੀ ਹੈ ਖਾ ਜਾਂਦੇ ਨੇ, ਤੇਜ਼ਾਬ ਟਾਈਪ ਹੁੰਦੇ ਨੇ, ਸਾਰਾ ਸੈੱਲ ਕੀ ਕਰ ਦਿੰਦੇ ਨੇ ਖਤਮ। ਤੇ ਇੱਥੇ ਉਹੀ ਗੱਲ ਲਿਖੀ ਹੈ ਕਿ ਉਹਦੇ ਜਿਹੜੇ ਇੰਜ਼ਾਈਮਸ ਨੇ ਉਹ ਕੈਪੇਬਲ ਹੁੰਦੇ ਨੇ ਡਾਈਜੈਸਟਿੰਗ ਸੈੱਲ। ਹਾਂ ਤਾਂ ਸਹੀ ਤਾਂ ਹੈਗਾ ਕਿ ਹਾਂ ਉਹਦੇ ਇੰਜ਼ਾਈਮਸ ਕੈਪੇਬਲ ਹੁੰਦੇ ਨੇ ਆਪਦੇ ਸੈੱਲ ਨੂੰ ਡਾਈਜੈਸਟ ਕਰਨ ਵਾਸਤੇ। ਕੈਪੇਬਲ ਮਤਲਬ ਉਹਨਾਂ ਦੀ क्षमता ਹੁੰਦੀ ਹੈ ਇੰਨੀ ਕੁ ਕਿ ਉਹ ਆਪਦੇ ਸੈੱਲ ਨੂੰ ਕੀ ਕਰ ਸਕਣ, ਡਾਈਜੈਸਟ ਕਰ ਸਕਣ, ਠੀਕ ਹੈ। ਅੱਗੇ ਦੇਖੋ ਵਨ ਆਫ ਦੀ ਫੋਲੋਇੰਗ ਇਜ਼ ਨੋਟ ਟਰੂ ਅਬਾਊਟ ਕਾਰਡੀਅਕ ਮਸਲ, ਇਹਨਾਂ ਦੇ ਵਿੱਚੋਂ ਕੋਈ ਇੱਕ ਗੱਲ ਕਾਰਡੀਅਕ ਮਸਲ ਵਾਸਤੇ ਟਰੂ ਨਹੀਂ ਗੀ, ਸਹੀ ਨਹੀਂ ਗੀ। ਉਹ ਕਿਹੜੀ ਗੱਲ ਸਹੀ ਨਹੀਂ ਗੀ ਕਾਰਡੀਅਕ ਮਸਲ ਵਾਸਤੇ, ਉਹ ਤੁਸੀਂ ਦੱਸਣਾ। ਦੇ ਕੈਨ ਬੀ ਕੰਟਰੋਲਡ, ਦੇ ਲੈਕ ਮਾਈਟੋਕੌਂਡਰੀਆ, ਸੈਲਸ ਆਰ ਬਾਈ ਨਿਊਕਲੀਏਟਿਡ, ਇੱਥੇ ਡੀ ਬਾਲ ਨਾਲ, cells are binucleated found outside the heart such as digestive tract, A option, D E option है all of these,
अच्छा जी। वैसे ना एक गल कहां, मतलब ना बड़े ब्रिलियंट जवाब तुसीं सारे, जेड़े जेड़े भी ये ऑप्शन दे रहे ना, मतलब पता नहीं की सोच के दे रहे हो। अरे देखो सही, वो कहते इन्हां विचों किहड़ी गल सही नहीं गी कार्डियक मसल वास्ते, कि ਆਪਾਂ ਕੰਟਰੋਲ ਕਰ ਸਕਦੇ ਹਾਂ ਆਪਣੇ ਹਾਰਟ ਨੂੰ ਕੰਟਰੋਲ ਕਰ ਸਕਦੇ ਹਾਂ, ਆਪਣੇ ਕੰਟਰੋਲ 'ਚ ਹੈ। ਤੁਸੀਂ ਇਹ ਜਵਾਬ ਦੇ ਰਹੇ ਹੋ ਦੇ ਕੈਨ ਬੀ ਕੰਟਰੋਲ, ਕਿ ਆਪਾਂ ਕੰਟਰੋਲ ਕਰ ਸਕਦੇ ਹਾਂ। ਹਾਂ ਠੀਕ ਹੈ, ਇਹ ਆਪਸ਼ਨ ਸਹੀ ਜੇ ਦੇ ਰਹੇ ਹੋ ਜਵਾਬ ਤੁਸੀਂ, ਦੇ ਕੈਨ ਬੀ ਕੰਟਰੋਲਡ। ਹਾਂ ਆਪਾਂ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਠੀਕ ਹੈ। ਤੇ ਸੈਲਸ ਇਹਦੇ ਕੀ ਬਾਈਨਿਊਕਲੀਏਟਡ ਹੁੰਦੇ ਨੇ। ਅਰੇ ਦੇਖੋ ਜਿੱਥੇ ਮੈਂ ਤੁਹਾਨੂੰ ਲਿਖਵਾਇਆ ਸੀਗਾ ਕਾਰਡੀਅਕ ਮਸਲ ਵਾਸਤੇ, ਲਿਖਵਾਇਆ ਵੀ ਸੀ ਨੀਚੇ, ਮੈਂ ਨਾਲ ਇਹ ਚੀਜ਼ ਲਿਖਵਾਈ ਵੀ ਸੀ, ਸਪੈਸ਼ਲ ਉਹਦੀ ਡਾਇਗਰਾਮ ਵੀ ਬਣਾਈ ਸੀ। ਜਦੋਂ ਆਪਾਂ ਵਾਲਾ ਟੌਪਿਕ ਕੀਤਾ ਸੀ ਨਾ ਕਾਰਡੀਅਕ ਮਸਲ ਵਾਲਾ, ਮੈਂ ਸਪੈਸ਼ਲ ਨਾਲ ਉਹਦੀ ਡਾਇਗਰਾਮ ਵੀ ਬਣਾਈ ਸੀ ਕਿ ਹਾਂ ਇਹ ਬ੍ਰਾਂਚਡ ਹੁੰਦੇ ਨੇ, ਫਿਰ ਇਹਨਾਂ ਦੇ ਵਿੱਚ ਇੱਕ ਹੀ ਨਿਊਕਲੀਅਸ ਹੁੰਦਾ ਹੈ। ਅਰੇ ਸੁਣ ਲਓ ਜਿਹੜੇ ਵੀ ਇਹ ਆਪਸ਼ਨ ਦੇ ਰਹੇ ਹੋ। ਪ੍ਰਿੰਸ ਜੋਸਨ ਜੀ ਤੁਹਾਡਾ ਬਿਲਕੁਲ ਸਹੀ ਜਵਾਬ ਹੈ। ਪ੍ਰਿੰਸ ਜੋਸਨ ਮੈਂ ਬਾਏ ਨੇਮ ਨਹੀਂ ਜਾਣਦਾ ਤੁਹਾਨੂੰ, ਸ਼ਾਇਦ ਬਾਏ ਫੇਸ ਜਾਣਦਾ ਹੋਵਾਂ, ਬਟ ਜੋ ਵੀ ਤੁਸੀਂ ਜਵਾਬ ਦਿੱਤਾ ਨਾ ਬ੍ਰਿਲੀਅੰਟ ਹੈ। ਇਹਦਾ ਆਲ ਆਫ ਦੀਸ ਆਨਸਰ ਆਉਣਾ ਜੀ, ਆਲ ਆਫ ਦੀਸ। ਈ ਆਪਸ਼ਨ ਇਹਦੀ ਸਹੀ ਆਨਸਰ ਹੈ। ਹਾਂਜੀ ਵਰਿੰਦਰ ਕੰਬੋਜ ਜੀ, ਹਾਂਜੀ ਹੁਣ ਸਹੀ ਜਵਾਬ ਦੇ ਰਹੇ ਹੋ। ਪ੍ਰਿੰਸ ਜੋਸਨ ਤੇ ਵਰਿੰਦਰ ਕੰਬੋਜ ਦਾ ਹੁਣ ਸਹੀ ਜਵਾਬ ਆ ਰਿਹਾ। ਪਹਿਲਾਂ ਪ੍ਰਿੰਸ ਜੋਸਨ ਨੇ ਸਹੀ ਜਵਾਬ ਦੇ ਦਿੱਤਾ ਸੀਗਾ ਕਿ ਈ ਆਪਸ਼ਨ ਜਿਹੜਾ। ਪਰ ਸਰ ਹਾਰਟ ਦੇ ਸੈੱਲ ਕਾਰਡੀਏਕ ਹੁੰਦੇ ਨੇ। ਹਾਂਜੀ ਹਾਰਟ ਦੇ ਸੈੱਲ ਕਾਰਡੀਏਕ ਹੁੰਦੇ ਨੇ। ਤੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਇਹਨਾਂ 'ਚੋਂ ਕਿਹੜੀ ਚੀਜ਼ ਤੁਹਾਨੂੰ ਸਹੀ ਲੱਗ ਰਹੀ ਹੈ। ਤੁਸੀਂ ਆਹ ਦੇਖੋ ਕੀ ਲਿਖਿਆ, ਫਾਊਂਡ ਆਊਟਸਾਈਡ ਦੀ ਹਾਰਟ। ਹਾਰਟ ਤੋਂ ਬਾਹਰ ਥੋੜੀ ਹੁੰਦੇ ਨੇ, ਅਰੇ ਹਾਰਟ ਦੇ ਅੰਦਰ ਹੁੰਦੇ ਨੇ। ਉਹ ਕੀ ਕਹਿੰਦੇ ਨੇ, ਫਾਊਂਡ ਆਊਟਸਾਈਡ ਦੀ ਹਾਰਟ ਸੱਚ ਐਸ ਡਾਈਜੈਸਟਿਵ ਟਰੈਕ, ਜਿਵੇਂ ਕਿ ਡਾਈਜੈਸਟਿਵ ਟਰੈਕ ਦੇ ਵਿੱਚ ਹੋ ਗਏ। ਕਹਿੰਦੇ ਕਾਰਡੀਅਕ ਮਸਲ ਕਿੱਥੇ ਨੇ, ਡਾਈਜੈਸਟਿਵ ਟਰੈਕ ਦੇ ਵਿੱਚ। ਇਹਦਾ ਆਹ ਡੀ ਆਪਸ਼ਨ ਦਾ ਇਹ ਮਤਲਬ ਹੈ ਕਿ ਡਾਈਜੈਸਟਿਵ ਟਰੈਕ ਦੇ ਵਿੱਚ ਹੁੰਦੇ ਨੇ ਆਪਣੇ ਕਾਰਡੀਅਕ ਮਸਲ। ਆਊਟਸਾਈਡ ਲਿਖਿਆ, ਇਨਸਾਈਡ ਨਹੀਂ ਲਿਖਿਆ। ਆਊਟਸਾਈਡ ਦੀ ਹਾਰਟ, ਹਾਰਟ ਤੋਂ ਬਾਹਰ। ਹਾਰਟ ਤੋਂ ਬਾਹਰ ਥੋੜੀ ਹੁੰਦੇ ਨੇ, ਹਾਰਟ ਦੇ ਅੰਦਰ ਹੁੰਦੇ ਨੇ। ਤੇ ਬਾਈ ਨਿਊਕਲੀਏਟਡ ਨਹੀਂ ਹੁੰਦੇ, ਦੋ ਨਿਊਕਲੀਅਸ ਥੋੜੀ ਹੁੰਦੇ ਨੇ, ਦੋ ਨਿਊਕਲੀਅਸ। ਹਾਂਜੀ ਹਾਂਜੀ ਮੈਨੂੰ ਵੀ ਈ ਆਪਸ਼ਨ ਦਾ ਦੀ ਲੱਗ, ਹਾਂਜੀ ਹਾਂਜੀ ਈ ਆਪਸ਼ਨ ਸਹੀ ਹੈ। ਦੇਖੋ ਬਾਈ ਨਿਊਕਲੀਏਟਡ, ਮੈਂ ਆ ਵੀ ਉਸ ਦਿਨ ਵੀ ਚੀਜ਼ ਤੁਹਾਨੂੰ ਲਿਖਵਾਈ ਨਾ। ਦੇਖੋ ਹੁਣ ਆਪਾਂ ਕੁਐਸਚਨ ਕਰ ਰਹੇ ਹਾਂ, ਤੁਹਾਨੂੰ ਪਤਾ ਲੱਗ ਰਿਹਾ ਹੋਣਾ ਵੀ ਜਿੰਨਾ ਕੁ ਆਪਾਂ ਕੀਤਾ ਨਾ ਉਹਨਾਂ ਕੁ ਸਫੀਸ਼ੀਐਂਟ ਹੈ, ਉਹਦੇ ਨਾਲ ਆਪਣਾ ਗੁਜ਼ਾਰਾ ਹੁੰਦਾ ਹੈ, ਉਹਦੇ ਨਾਲ ਆਪਣੇ ਕੁਐਸਚਨ ਹੁੰਦੇ ਨੇ। ਮੈਂ ਉਸ ਦਿਨ ਵੀ ਆ ਚੀਜ਼ ਵੀ ਲਿਖਵਾਈ ਸੀ ਨਾ ਤੁਹਾਨੂੰ, ਸੈਲਸ ਆਰ ਬਾਈ ਨਿਊਕਲੀਏਟਡ। ਇਹ ਨਹੀਂ ਲਿਖਵਾਇਆ ਸੀ ਆਪਾਂ, ਕੀ ਲਿਖਿਆ ਸੀਗਾ, ਸੈੱਲ ਇਹਦੇ ਵਿੱਚ ਬ੍ਰਾਂਚਡ ਹੁੰਦੇ ਨੇ, ਆਪਣੇ ਸੈੱਲਸ ਜਿਹੜੇ ਨੇ ਉਹ ਬ੍ਰਾਂਚਡ ਹੁੰਦੇ ਨੇ, ਤੇ ਇੱਕ ਹੀ ਨਿਊਕਲੀਅਸ ਹੁੰਦਾ, ਇੱਕ ਸੈੱਲ ਕੋਲ ਇੱਕ ਨਿਊਕਲੀਅਸ ਹੁੰਦਾ ਹੈ। ਪਰ ਇਹ ਕੀ ਕਹਿ ਰਹੇ ਨੇ, ਬਾਈ ਨਿਊਕਲੀਏਟਡ। ਤਾਂ ਇਹ ਵੀ ਗੱਲ ਗਲਤ ਹੈ। ਦੇ ਲੈਕ ਮਾਈਟੋਕੌਂਡਰੀਆ, ਇਹਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਆਪਾਂ ਮਾਈਟੋਕੌਂਡਰੀਆ ਦੀ, ਤਾਂ ਇਹ ਤਾਂ ਆਪਣੇ ਆਪ ਹੀ ਗਲਤ ਹੈ। ਇਹਦੀ ਤਾਂ ਮੈਂ ਕੋਈ ਮਾਈਟੋਕੌਂਡਰੀਆ ਬਾਰੇ ਕੋਈ ਗੱਲ ਕੀਤੀ ਸੀ ਕਿ ਕਾਰਡੀਅਕ ਮਸਲ ਦੇ ਵਿੱਚ ਜਦੋਂ ਮਾਈਟੋਕੌਂਡਰੀਆ, ਕੋਈ ਐਵੇਂ ਦੀ ਕੋਈ ਗੱਲ ਹੋਈ ਨਹੀਂ ਸੀ। ਤਾਂ ਆਪਸ਼ਨ ਵੈਸੇ ਹੀ ਐਵੇਂ ਹੀ ਬਣਾਈ ਹੋਈ ਹੈ। ਦੇ ਕੈਨ ਬੀ ਕੰਟਰੋਲ। ਹਾਂ ਆਪਾਂ ਕੋਈ ਕੰਟਰੋਲ ਕਰ ਸਕਦੇ ਆਪਣੇ ਹਾਰਟ ਨੂੰ, ਨਹੀਂ ਕੰਟਰੋਲ ਕਰ ਸਕਦੇ, ਠੀਕ ਹੈ। ਤਾਂ ਇਹ ਸਾਰੀਆਂ ਦੇ ਸਾਰੀਆਂ ਆਪਸ਼ਨ ਸੀ ਕੀ ਨੇ, ਗਲਤ ਨੇ। ਤਾਂ ਇਸੇ ਕਰਕੇ ਇਹਦਾ ਕੀ ਆਨਸਰ ਆਉਣਾ ਹੈ, ਆਲ ਆਫ ਦੀ ਅਬਵ। ਇਹ ਸਾਰੀਆਂ ਆਪਸ਼ਨ ਸੀ ਗਲਤ ਨੇ, ਠੀਕ ਹੈ। ਹੁਣ ਇੱਕ ਵਾਰ ਉਹ ਵਾਲਾ ਬੰਦਾ ਕਮੈਂਟ ਕਰੇ ਜਿਹਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗੀ ਕਿ ਕਿਵੇਂ ਈ ਆਪਸ਼ਨ ਆਨਸਰ ਆ ਰਿਹਾ। ਅਗਰ ਨਹੀਂ ਕੋਈ ਕਮੈਂਟ ਕਰ ਰਿਹਾ ਤਾਂ ਮਤਲਬ ਸਭ ਨੂੰ ਸਮਝ ਲੱਗ ਗਈ, ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਚਲਿਏ ਅੱਗੇ, ਚਲੋ ਦੇਖੋ ਨੈਕਸਟ ਕੁਐਸਚਨ। ਦੇਖੋ ਬੜੇ ਵਧੀਆ ਕੁਐਸਚਨਸ ਨੇ ਅੱਜ ਵਾਲੇ। ਦੇਖੋ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਆਰ ਕਰੈਕਟ ਅਬਾਊਟ ਮੈਰਿਸਟਮੈਟਿਕ ਟਿਸ਼ੂ, ਠੀਕ ਹੈ। ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਕਰੈਕਟ ਹੈ ਮੈਰਿਸਟਮੈਟਿਕ ਟਿਸ਼ੂ ਬਾਰੇ, ਠੀਕ ਹੈ। ਤਾਂ ਹੁਣ ਚਾਰ ਆਪਸ਼ਨਸ ਨੇ, ਚਾਰ ਵੀ ਨਹੀਂ ਪੰਜ ਨੇ। ਤਾਂ ਤੁਸੀਂ ਜਵਾਬ ਦੇਣਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਹੈ ਉਹ ਕਰੈਕਟ ਹੈ ਕਿਹਦੇ ਬਾਰੇ, ਮੈਰਿਸਟਮੈਟਿਕ ਟਿਸ਼ੂ ਦੇ ਬਾਰੇ। ਕੰਪੋਜ਼ਡ ਆਫ ਸੈਲਸ ਡੈਟ ਆਰ ਇਨਕੈਪੇਬਲ ਆਫ ਸੈਲ ਡਿਵੀਜ਼ਨ, ਕਹਿੰਦੇ ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਡਿਵੀਜ਼ਨ ਨਹੀਂ ਕਰ ਸਕਦੇ, ਯਾਨੀ ਕਿ ਟੁੱਟ ਨਹੀਂ ਸਕਦੇ। ਕੰਪੋਜ਼ਡ ਆਫ ਏ ਸਿੰਗਲ ਟਾਈਪ ਆਫ ਸੈਲ, ਕਹਿੰਦੇ ਇੱਕ ਟਾਈਪ ਦੇ ਸੈਲਸ ਤੋਂ ਮਿਲ ਕੇ ਬਣਿਆ ਹੈ। ਇਟ ਇਜ਼ ਕੰਪੋਜ਼ਡ ਆਫ ਸੈਲਸ ਡੈਟ ਆਰ, ਕਹਿੰਦੇ ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਡਿਵੀਜ਼ਨ ਕਰ ਸਕਦੇ ਨੇ, ਯਾਨੀ ਕਿ ਟੁੱਟ ਸਕਦੇ ਨੇ। ਡੀ ਆਪਸ਼ਨ ਹੈ ਆਲ ਆਫ ਦੀ ਅਬਵ, ਤੇ ਈ ਆਪਸ਼ਨ ਹੈ ਨਨ ਆਫ ਦੀਸ। ਕਹਿੰਦੇ ਇਹਨਾਂ ਦੇ ਵਿੱਚੋਂ ਪੰਜ ਆਪਸ਼ਨਸ ਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਹੈ ਉਹ ਕਰੈਕਟ ਹੈ ਸਾਡੀ। ਤੁਸੀਂ ਕਰੈਕਟ ਆਪਸ਼ਨ ਨੂੰ ਟਿਕ ਕਰਨਾ ਹੈ, ਤੇ ਜਲਦੀ ਕਮੈਂਟ ਕਰੋ ਕਿਹੜੀ ਆਪਸ਼ਨ ਕਰੈਕਟ ਹੈ। ਅੱਛਾ ਸੀ ਕਹਿ ਰਹੇ ਹੋ। ਨਵਜੋਤ ਕੰਬੋਜ ਦਾ ਫਸਟ ਰਿਪਲਾਈ ਆਇਆ, ਸੀ ਕਹਿ ਰਹੇ ਨੇ। ਬਾਕੀ ਦੇਖਦੇ ਹਾਂ ਸਭ ਕਿੰਨੇ ਨਾਲ ਐਗਰੀ ਕਰਦੇ ਨੇ। ਹਾਂਜੀ ਜਲਦੀ ਕਮੈਂਟ ਕਰਕੇ ਦੱਸੋ
कि केड़ी ऑप्शन अपनी? अच्छा कविता जईया डी ऑप्शन, पम्मू बारवल। अच्छा कविता राजे की कर रहे हो? पूजा कंबोज डी। हाय हाय अच्छा मेरी गल सुनो, एक चीज़ जो जिन्होंने ने भी डी ऑप्शन ਨੂੰ ਟਿਕ ਕੀਤਾ ਸੀਗਾ ਉਹ ਦੇਖੋ ਕਿੰਨਾ ਗਲਤ ਜਵਾਬ ਦੇ ਰਹੇ ਨੇ। ਕਿਸ ਹਿਸਾਬ ਤੇ ਗਲਤ ਮੈਂ ਦੇਖਦਾ। ਤੁਸੀਂ ਦੇਖੋ ਜਿਨ੍ਹਾਂ ਨੇ ਵੀ ਡੀ ਜਵਾਬ ਦਿੱਤਾ, ਤੁਸੀਂ ਦੱਸੋ ਕਦੇ ਇਹ ਦੋ ਚੀਜ਼ਾਂ ਹੋ ਸਕਦੀਆਂ ਨੇ? ਇੱਕ ਪਾਸੋਂ ਤਾਂ ਆਪਾਂ ਇਹ ਕਹਿ ਰਹੇ ਹਾਂ ਕਿ ਕੰਪੋਜ਼ਡ ਆਫ ਸੈੱਲ ਡੈਟ ਆਰ ਇਨਕੈਪੇਬਲ ਆਫ ਸੈੱਲ ਡਿਵੀਜ਼ਨ, ਠੀਕ ਹੈ, ਕਿ ਇੱਕ ਪਾਸੋਂ ਤਾਂ ਆਪਾਂ ਇਹ ਕਹਿ ਰਹੇ ਹਾਂ ਕਿ ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਸੈੱਲ ਦੀ ਡਿਵੀਜ਼ਨ ਜਿਹੜੀ ਹੈ ਨਹੀਂ ਹੁੰਦੀ, ਜਿਨ੍ਹਾਂ ਦੇ ਵਿੱਚ ਸੈਲਸ ਦੀ ਡਿਵੀਜ਼ਨ, ਕਿ ਐਵੇਂ ਦੇ ਉਹਨਾਂ ਕੋਲ ਕਪੈਸਿਟੀ ਨਹੀਂ ਗੀ ਕਿ ਉਹ ਆਪਦੇ ਸੈੱਲ ਨੂੰ ਡਿਵਾਈਡ ਕਰ ਸਕਣ। ਤੇ ਸੀ ਆਪਸ਼ਨ ਵੇਖੋ, ਇੱਕ ਪਾਸੇ ਆਪਾਂ ਇਹ ਕਹਿ ਰਹੇ ਹਾਂ ਕਿ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਡਿਵੀਜ਼ਨ ਕਰਾ ਰਹੇ ਨੇ, ਤੇ ਫਿਰ ਇਹ ਦੋਵੇਂ ਚੀਜ਼ਾਂ ਕਿਵੇਂ ਆ ਸਕਦੀਆਂ ਨੇ? ਇੱਕ ਹੀ ਚੀਜ਼ ਸਹੀ ਹੋਵੇਗੀ ਨਾ। हाँ ए तो सी की ने एक दूसरे के ओपोजिट ने। समझो वरिंदर की कह रहा है, उस चीज़ को समझो। ਉਹੀ ਗੱਲ ਕਹਿ ਰਿਹਾ ਜੋ ਮੈਂ ਸਮਝਾਉਣਾ ਚਾਹ ਰਿਹਾ ਕਿ ए ਤੇ C ਦੋਨੋਂ ਇੱਕ ਦੂਸਰੇ ਦੇ ਆਪੋਜ਼ਿਟ ਨੇ, ਤੇ ਤੁਸੀਂ D ਕਹਿ ਰਹੇ ਹੋ। D ਕਿਵੇਂ ਆ ਸਕਦਾ? ਇਹ ਤਾਂ ਦੋਨੋਂ ਆਪਸ਼ਨ ਹੀ ਇੱਕ ਦੂਸਰੇ ਦੇ ਆਪੋਜ਼ਿਟ ਨੇ। ਜਾਂ ਤਾਂ ਉਹ ਡਿਵੀਜ਼ਨ ਨਹੀਂ ਕਰਾ ਸਕਦੇ ਜਾਂ ਕਰਾ ਸਕਦੇ ਨੇ। ਤੁਸੀਂ ਕਹਿ ਰਹੇ ਹੋ ਕਿ D ਆਪਸ਼ਨ ਹੈ, D ਤਾਂ ਪੋਸੀਬਲ ਹੀ ਨਹੀਂ ਹੈ। डी ਤਾਂ ਕਿਸੇ ਹਾਲਤ ਵਿੱਚ ਹੀ ਪੋਸੀਬਲ ਨਹੀਂਗਾ। ਇੱਕ ਪਾਸੋਂ ਤਾਂ ਆਪਾਂ ਇਹ ਕਹਿ ਰਹੇ ਹਾਂ ਕਿ ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਡਿਵੀਜ਼ਨ ਨਹੀਂ ਕਰਾ ਸਕਦੇ, ਯਾਨੀ ਕਿ ਟੁੱਟ ਨਹੀਂ ਸਕਦੇ। ਇੱਕ ਪਾਸੋਂ ਆਪਾਂ ਐਵੇਂ ਕਹਿ ਰਹੇ ਹਾਂ ਕਿ ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਜਿਹੜੇ ਡਿਵੀਜ਼ਨ ਕਰਾ ਰਹੇ ਨੇ। ਅਰੇ ਇਹਨਾਂ 'ਚ ਕੋਈ ਇੱਕ ਹੀ ਸਹੀ ਹੋਵੇਗੀ ਨਾ। ਅੱਛਾ ਦੇਖੋ ਇੱਕ ਹੋਰ ਵਧੀਆ ਗੱਲ ਕਿ ਜਦੋਂ ਵੀ ਐਵੇਂ ਦੀਆਂ ਦੋ ਕੰਟਰਾਡਿਕਟਰੀ ਆਪਸ਼ਨਸ ਆਉਂਦੀਆਂ ਨੇ ਕਿ ਇੱਕ ਦੂਸਰੇ ਤੋਂ ਆਪੋਜ਼ਿਟ, ਤਾਂ ਆਨਸਰ ਦੋਨਾਂ ਦੇ ਵਿੱਚੋਂ ਕੋਈ ਇੱਕ ਹੀ ਹੁੰਦਾ ਜੀ, ਠੀਕ ਹੈ। ਜਦੋਂ ਵੀ ਐਵੇਂ ਦੀਆਂ ਦੋ ਕੰਟਰਾਡਿਕਟਰੀ ਆਪਸ਼ਨ ਆਉਂਦੀਆਂ ਨੇ ਤਾਂ ਆਨਸਰ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਹੀ ਹੁੰਦਾ। ਅੱਛਾ ਇੱਕ ਗੱਲ ਦੱਸੋ, ਜਦੋਂ ਮੈਸਟਮੈਟਿਕ ਟਿਸ਼ੂ ਦੀ ਗੱਲ ਹੋਈ ਸੀ, ਮੈਂ ਕੁਛ ਐਵੇਂ ਦੀ ਕੋਈ ਗੱਲ ਕੀਤੀ ਸੀ ਕਿ ਸਿੰਗਲ ਟਾਈਪ ਦੇ ਸੈੱਲ ਤੋਂ ਮਿਲ ਕੇ ਬਣਿਆ ਜਾਂ ਮਲਟੀਪਲ ਸੈਲਸ ਤੋਂ ਮਿਲ ਕੇ ਬਣਿਆ, ਜਾਂ ਕੁਛ ਐਵੇਂ ਦੀ ਗੱਲ ਲਿਖੀ ਸੀ? ਆਪਾਂ ਕੋਈ ਇਸ ਚੀਜ਼ ਬਾਰੇ ਗੱਲ ਨਹੀਂ ਨਾ ਕੀਤੀ ਕਿ ਕਿੰਨੇ ਟਾਈਪ ਦੇ ਸੈੱਲ ਤੋਂ ਮਿਲ ਕੇ ਬਣਿਆ ਜਾਂ ਕੁਛ ਐਵੇਂ ਦੀ ਕੋਈ ਗੱਲ ਨਹੀਂ ਕੀਤੀ ਸੀਗੀ, ਠੀਕ ਹੈ। ਹੁਣ ਇੱਕ ਗੱਲ ਹੋਰ, ਮੈਸਟਮੈਟਿਕ ਟਿਸ਼ੂ ਬਾਰੇ ਆਪਾਂ ਇਹ ਕਿਹਾ ਸੀ ਕਿ ਇਹ ਕੀ ਕਰਾਉਂਦਾ? ਗਰੋਥ ਕਰਾਉਂਦਾ ਨਾ। ਪਹਿਲਾਂ ਇਸ ਚੀਜ਼ ਨੂੰ ਧਿਆਨ ਨਾਲ ਸੁਣੋ, ਮੈਸਟਮੈਟਿਕ ਟਿਸ਼ੂ ਕੀ ਕਰਾਉਂਦਾ? ਗਰੋਥ ਕਰਾਉਂਦਾ ਨਾ। ਤੇ ਗਰੋਥ ਕਿਵੇਂ ਹੋਏਗੀ? ਜਦੋਂ ਇੱਕ ਸੈੱਲ ਡਿਵਾਈਡ ਹੋ ਕੇ ਅੱਗੇ ਦੋ 'ਚ ਬਣੇਗਾ, ਫਿਰ ਉਹ ਅੱਗੇ ਡਿਵਾਈਡ ਹੋ ਕੇ ਹੋਰ ਦੋ 'ਚ ਬਣੇਗਾ। ਜਦੋਂ ਨੰਬਰ ਆਫ ਸੈਲਸ ਵਧਣਗੇ ਤਾਂ ਹੀ ਤਾਂ ਗਰੋਥ ਵਧੇਗੀ ਹੁੰਦੀ। ਗਰੋਥ ਐਵੇਂ ਤਾਂ ਹੋਏਗੀ, ਸੈਲਸ ਦੀ ਡਿਵੀਜ਼ਨ ਹੁੰਦੀ ਜਾਏਗੀ। ਪੁਰਾਣੇ ਸੈਲਸ ਜਿਹੜੇ ਨੂੰ ਟੁੱਟਦੇ ਜਾਣਗੇ ਤੇ ਨਵੇਂ ਬਣਾਉਂਦੇ ਜਾਣਗੇ, ਤੇ ਤਾਂ ਹੀ ਤਾਂ ਆਪਣੇ ਕੋਲ ਕੀ ਬਣੇਗੀ? ਗਰੋਥ ਹੋਏਗੀ ਚੀਜ਼ ਦੀ। ਹੁਣ ਤੁਸੀਂ ਕਹੋ ਮੈਸਟਮੈਟਿਕ ਟਿਸ਼ੂ ਆ ਰਹੇ ਤਾਂ ਤੁਸੀਂ ਤਾਂ ਸਾਰੇ ਦੱਸਿਆ ਨਹੀਂ ਕਿ ਸੈਲਸ ਦੀ ਡਿਵੀਜ਼ਨ ਹੁੰਦੀ ਹੈ। ਅਰੇ ਕਾਮਨ ਜੀ ਗੱਲ ਹੈ, ਨੋਰਮਲ ਜੀ ਗੱਲ ਹੈ। ਤੁਸੀਂ ਆਪ ਸੋਚੋ ਮੈਸਟਮੈਟਿਕ ਟਿਸ਼ੂ ਕੀ ਕਰਾਉਂਦਾ ਹੈ? ਗਰੋਥ ਕਰਾਉਂਦਾ ਨਾ ਪਲਾਂਟ ਦੀ। ਤੇ ਗਰੋਥ ਕਰਾਉਣ ਵਾਸਤੇ ਤੁਸੀਂ ਦੱਸੋ ਸੈਲਸ ਦੀ ਡਿਵੀਜ਼ਨ ਹੋਣੀ ਨਹੀਂ ਜ਼ਰੂਰੀ? ਆਪਾਂ ਗਰੋਥ ਕਰ ਰਹੇ ਹਾਂ ਤੇ ਆਪਣੇ ਦੇ ਵਿੱਚ ਰੋਜ਼ ਕਿੰਨੇ ਸੈਲਸ ਟੁੱਟਦੇ ਨੇ, ਰੋਜ਼ ਕਿੰਨੇ ਨਵੇਂ ਬਣਦੇ ਨੇ। ਅਗਰ ਐਵੇਂ ਨਾ ਹੋਏ ਤਾਂ ਕਦੇ ਆਪਣੀ ਗਰੋਥ ਪੋਸੀਬਲ ਹੈਗੀ ਹੈ? ਬਿਨਾਂ ਸੈਲਸ ਦੀ ਡਿਵੀਜ਼ਨ ਤੋਂ ਗਰੋਥ ਕਦੇ ਪੋਸੀਬਲ ਹੈ ਹੀ ਨਹੀਂ। ਅਗਰ ਸੈੱਲ ਇੱਕੋ ਉਵੇਂ ਹੀ ਪਏ ਨੇ ਤਾਂ ਫਿਰ ਗਰੋਥ ਕਾਹਦੀ ਹੈ, ਠੀਕ ਹੈ। ਤਾਂ ਇਹਦਾ ਆਪਸ਼ਨ ਜਿਹੜੀ ਸਹੀ ਹੈ ਉਹ ਕਿਹੜੀ ਹੈ? ਸੀ ਆਪਸ਼ਨ ਸਹੀ ਹੈ। ਨਵਜੋਤ ਨੇ ਸਹੀ ਜਵਾਬ ਦਿੱਤਾ ਸੀਗਾ ਸਭ ਤੋਂ ਪਹਿਲਾਂ। ਇਟ ਇਜ਼ ਕੰਪੋਜ਼ਡ ਆਫ ਸੈਲਸ ਡੈਟ ਆਰ ਏਬਲ ਟੂ ਪਰਫਾਰਮ ਸੈੱਲ ਡਿਵੀਜ਼ਨ। ਕਹਿੰਦੇ ਮੈਸਟਮੈਟਿਕ ਟਿਸ਼ੂ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਹੁੰਦਾ ਜਿਹੜੇ ਕੀ ਹੈ ਸੈੱਲ ਦੀ ਡਿਵੀਜ਼ਨ ਕਰਾ ਸਕਦੇ ਹੁੰਦੇ ਨੇ, ਯਾਨੀ ਕਿ ਉਹ ਟੁੱਟ ਕੇ ਅੱਗੇ ਨਵੇਂ ਸੈਲਸ ਨੂੰ ਫਾਰਮ ਕਰ ਸਕਦੇ ਨੇ। ਇਹ ਐਵੇਂ ਦੇ ਸੈਲਸ ਤੋਂ ਮਿਲ ਕੇ ਬਣਿਆ ਹੁੰਦਾ ਜਿਹੜੇ ਡਿਵੀਜ਼ਨ ਕਰਾ ਸਕਦੇ ਨੇ, ਯਾਨੀ ਕਿ ਟੁੱਟ ਕੇ ਅੱਗੇ ਨਵੇਂ 'ਚ ਬਣ ਸਕਦੇ ਨੇ, ਠੀਕ ਹੈ। ਟੈਂਪਰੇਰੀ ਸੈੱਲ ਵੀ ਇਸ ਨੂੰ ਬੋਲਦੇ, ਹਾਂਜੀ ਟੈਂਪਰੇਰੀ ਸੈੱਲ ਵੀ ਬੋਲਦੇ ਆ ਕਿਉਂਕਿ ਇਹ ਟੁੱਟ ਕੇ ਅੱਗੇ ਨਵਾਂ ਬਣ ਜਾਂਦਾ ਹੈ, ਠੀਕ ਹੈ। ਤਾਂ ਹੁਣ ਸਮਝ ਲੱਗੀ ਸਭ ਨੂੰ? ਫੋਰਥ ਦਾ ਕੀ ਕਹਿ ਰਹੇ ਹੋ? ਅੱਛਾ ਸ਼ਾਬਾਸ਼ ਵੀ, ਜੋ ਬਿਨਾ ਮਤਲਬ ਜਸਟ ਹਾਲੇ ਸਟੇਟਮੈਂਟ ਦਿਖਾਈ ਹੈ ਤੇ ਆਨਸਰ ਦੇ ਰਹੇ ਹੋ, ਕਿਆ ਬਾਤ ਹੈ। ਵਿੱਚ ਉਹਦੀ ਫੋਲੋਇੰਗ ਇਸੇ ਕਨੈਕਟਿਵ ਟਿਸ਼ੂ, ਇਹਨਾਂ ਦੇ ਵਿੱਚੋਂ ਕਿਹੜਾ ਕਨੈਕਟਿਵ ਟਿਸ਼ੂ ਆ? ਹੁਣ ਇਹਦਾ ਜਿਹਨੇ ਗਲਤ ਜਵਾਬ ਦਿੱਤਾ ਨਾ, ਫੋਨ ਦੇ ਵਿੱਚੋਂ ਆਣੀ ਹੁੰਦੇ। ਕਮਾਲ ਕਰ ਰਹੇ ਹੋ। ਹੁਣ ਨਾ ਗਲਤ ਜਵਾਬ ਦਿਆ ਜੇ। ਮਤਲਬ ਐਵੇਂ ਦਾ ਕੁਐਸਚਨ ਪੁੱਛੇ ਜਾਂਦੇ, ਸਿੰਪਲ ਦਾ ਕੁਐਸਚਨ ਪੁੱਛ ਰਹੇ ਨੇ, ਕੋਈ ਐਵੇਂ ਦੀ ਗੱਲ ਪੁੱਛੀ ਨਹੀਂ ਉਹਨਾਂ ਨੇ ਜਿਹੜੀ ਆਪਾਂ ਮਤਲਬ ਕੀਤੀ ਨਹੀਂ, ਤੇ ਉਹ ਬਾਹਲਾ ਹੀ ਬਾਹਰ ਦਾ ਪੁੱਛ ਲਿਆ ਉਹਨਾਂ ਨੇ। ਹਾਂਜੀ ਇਹਨਾਂ ਦਾ ਸਿੱਧਾ ਹੀ ਪਤਾ ਨਾ ਕਿ ਕਨੈਕਟਿਵ ਟਿਸ਼ੂ ਕਿਹੜੇ ਨੇ। ਆਹ ਲਿਗਾਮੈਂਟ ਵੀ ਕਨੈਕਟਿਵ ਟਿਸ਼ੂ ਹੈ, ਟੈਂਡਨ ਵੀ ਕਨੈਕਟਿਵ ਟਿਸ਼ੂ ਹੈ, ਤੇ ਬਲੱਡ ਵੀ ਕੀ ਆਪਣਾ ਕਨੈਕਟਿਵ ਟਿਸ਼ੂ ਹੈ, ਠੀਕ ਹੈ। ਤਾਂ ਡੀ ਆਪਸ਼ਨ ਜਿਹੜੀ ਇਹਦੀ ਕਰੈਕਟ ਆਨਸਰ ਆ ਰਿਹਾ। ਕਰਨ ਕੰਬੋਜ ਜਲਦੀ ਜਵਾਬ ਦੇ। ਆਹੀ ਕੁਐਸਚਨ ਦਾ ਜਵਾਬ ਵੇਖਿਆ ਮੈਂ ਤੇਰਾ, ਬਾਕੀ ਦੇ 4 ਕੁਐਸਚਨ ਦਾ ਜਵਾਬ ਨਹੀਂ ਆਇਆ ਹੋਏਗਾ ਸ਼ਾਇਦ, ਮੇ ਵੀ ਮੇਰੇ ਧਿਆਨ 'ਚ ਨਹੀਂ ਰਿਹਾ। ਤਾਂ 5th ਕੁਐਸਚਨ ਦਾ ਜਲਦੀ ਜਵਾਬ ਦਿਓ। ਹੁਣ 5th ਕੁਐਸਚਨ ਦੇਖੋ, ਡੈਸ਼ ਆਰ ਸੀਮੈਂਟਿਡ ਟੂ ਵਨ ਅਨਦਰ। ਹਾਂਜੀ ਠੀਕ ਹੈ। 4th ਤਾਂ ਡੀ ਹੈ। ਅੱਗੇ 5th ਕੁਐਸਚਨ 'ਤੇ ਆ ਜਾਓ, ਬਸ ਅੱਗੇ ਆਓ, ਠੀਕ ਹੈ, ਉਹ ਸਹੀ ਹੈ ਤੁਹਾਡਾ। ਡੈਸ਼ ਆਰ ਸੀਮੈਂਟਿਡ ਟੂ ਵਨ ਅਨਦਰ ਫਾਰਮਿੰਗ ਐਨ ਇਨ ਇਰਰੈਗੂਲਰ ਲੇਅਰ, ਦੀਸ ਫਾਰਮ
ਦੀ ਆਊਟਰ ਪ੍ਰੋਟੈਕਟਿਵ ਲੇਅਰ ਆਫ ਦੀ ਸਕਿਨ ਇਨ ਐਨ ਐਨੀਮਲਸ ਬੋਡੀ। ਹੁਣ ਦੇਖੋ ਆਹ ਕੁਐਸਚਨ ਐਵੇਂ ਦਾ ਕਿ ਕੋਈ ਇਹਦੇ 'ਚ ਉਹ ਬਹਾਨਾ ਨਾ ਲਗਾਇਆ ਜੇ ਕਿ ਸਰ ਇੰਗਲਿਸ਼ ਦੀ ਦਿੱਕਤ ਪੈ ਗਈ ਸੀ ਸਾਨੂੰ, ਠੀਕ ਹੈ, ਕਿ ਸਰ ਆਹ ਦਿੱਕਤ ਪੈ ਗਈ ਸੀ ਸਾਨੂੰ, ਸਮਝ ਨਹੀਂ ਲੱਗੀ ਕੁਐਸਚਨ ਦੀ। ਆਹ ਕੁਐਸਚਨ ਦੇ ਵਿੱਚ ਅਗਰ ਸਮਝ ਨਾ ਵੀ ਲੱਗੇ ਤਾਂ ਵੀ ਇਹਦਾ ਆਨਸਰ ਆਉਂਦਾ, ਠੀਕ ਹੈ। ਜਲਦੀ 5th ਕੁਐਸਚਨ ਦਾ ਆਨਸਰ ਦਿਓ, 5th ਦਾ ਆਨਸਰ ਦਿਓ ਜਲਦੀ ਸਾਰੇ, ਕਿ 5th ਦੀ ਕਿਹੜੀ ਆਪਸ਼ਨ ਆਨਸਰ ਆਉਣਾ ਚਾਹੀਦਾ। ਹੁਣ ਦੇਖੋ ਅਗਰ ਕਿਸੇ ਨੂੰ ਇਸ ਕੁਐਸਚਨ ਦੀ ਸਮਝ ਨਹੀਂ ਵੀ ਲੱਗੀ, ਲੈਟਸ ਸਪੋਜ਼ ਮੈਂ ਹੀ ਹਾਂ, ਮੈਨੂੰ ਵੀ ਨਹੀਂ ਸਮਝ ਲੱਗੀ ਇਸ ਕੁਐਸਚਨ ਦੀ ਕੀ ਕਹਿ ਰਹੇ ਨੇ, ਬਟ ਮੈਨੂੰ ਦੇਖੋ ਕੁਐਸਚਨ ਨੂੰ ਪਕੜਨਾ ਕਿਵੇਂ ਹੁੰਦਾ, ਮੈਨੂੰ 1-2 ਵਰਡ ਵਿਖਦੇ ਪਏ ਨੇ, ਪ੍ਰੋਟੈਕਟਿਵ ਲੇਅਰ ਤੇ ਨਾਲ ਕੀ ਦੇਖ ਰਿਹਾ, ਐਨੀਮਲ ਬੋਡੀ, ਠੀਕ ਹੈ। ਐਨੀਮਲ ਬੋਡੀ ਦੇ ਵਿੱਚ ਪ੍ਰੋਟੈਕਟਿਵ ਟਿਸ਼ੂ ਦਾ ਕੰਮ ਕੌਣ ਕਰ ਰਹੇ ਨੇ, ਐਪੀਥੀਲੀਅਮ ਨਾ। ਆ ਸਿੱਧਾ ਹੀ ਇੱਥੋਂ ਵਰਡ ਤੋਂ ਹੀ ਪਤਾ ਲੱਗਦਾ ਨਾ, ਐਪੀਥੀਲੀਅਲ ਆਪਾਂ ਆਇਆ ਸੀਗਾ, ਐਪੀਥੀਲੀਅਲ ਟਿਸ਼ੂ ਹੈ ਨਾ, ਤੇ ਉਹ ਕੀ ਉਹਦਾ ਕੰਮ ਕੀ ਸੀਗਾ, ਪ੍ਰੋਟੈਕਸ਼ਨ ਦਾ। ਤੇ ਇਹ ਵੀ ਕੀ ਕਹਿ ਰਹੇ ਨੇ, ਪ੍ਰੋਟੈਕਸ਼ਨ। ਤਾਂ ਪ੍ਰੋਟੈਕਸ਼ਨ ਕੌਣ ਕਰਦਾ ਫਿਰ ਆਪਣੇ ਕੋਲ, ਐਪੀਥੀਲੀਅਮ ਸੈੱਲ। ਤਾਂ ਆ ਕੀ ਆ ਗਿਆ, ਕੰਪਾਊਂਡ ਐਪੀਥੀਲੀਅਮ ਸੈੱਲਸ। ਤਾਂ ਸਿੱਧਾ ਆਪਣੀ ਡੀ ਆਪਸ਼ਨ ਜਿਹੜੀ ਹੈ ਉਹ ਕਰੈਕਟ ਆਨਸਰ ਆ ਗਿਆ। ਸਮਝ ਲੱਗੀ ਸਭ ਨੂੰ। ਦੇਖੋ ਐਵੇਂ ਦੇ ਕੁਐਸਚਨ ਆਉਂਦੇ ਨੇ ਸਿੰਪਲ, ਕੋਈ ਬਾਲੀ ਉਹ ਵਾਲੀ ਗੱਲ ਨਹੀਂ ਹੁੰਦੀ ਕਿ ਆਪਾਂ ਜਿੰਨਾ ਵੀ ਹੁਣ ਤੱਕ ਸਫੀਸ਼ੀਐਂਟ, ਮਤਲਬ ਦੇਖੋ ਕਰਾਉਣ ਨੂੰ ਬੜਾ ਕੁਛ ਪਿਆ ਇਹਦੇ ਬਾਰੇ, ਟਿਸ਼ੂ ਚੈਪਟਰ, ਸੈੱਲ ਚੈਪਟਰ ਵੀ ਐਵੇਂ ਤਾਂ ਆਪਾਂ ਕਰੀਏ ਨਾ ਕਿ ਕੱਲਾ ਚੈਪਟਰ ਮਹੀਨਾ ਖਾ ਸਕਦਾ, ਇੰਨਾ ਕੁ ਵਿੱਚ ਹੈਗਾ ਇਹਨਾਂ ਦੇ। ਬਟ ਜਿੰਨਾ ਕੁ ਆਪਣੇ ਲਈ ਜ਼ਰੂਰੀ ਹੈ ਨਾ, ਜੋ ਚੀਜ਼ਾਂ ਨਾਲ ਆਪਣਾ ਸਾਰ ਸਕਦਾ। ਦੇਖੋ ਪਿਛਲੀ ਵਾਰ ਵੀ ਐਵੇਂ ਹੋਇਆ, ਕੋਈ ਫਾਲਤੂ ਦੀਆਂ ਚੀਜ਼ਾਂ ਕਈ ਵਾਰ ਆਪਾਂ ਪੜ੍ਹੀਆਂ, ਉਹ ਆਪਣੇ ਕੰਮ ਨਹੀਂ ਆਈਆਂ ਤੇ ਟਾਈਮ ਆਪਣਾ ਵੇਸਟ ਹੋਇਆ, ਠੀਕ ਹੈ। ਤਾਂ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਕੁਐਸਚਨ ਕਰ ਹੀ ਰਹੇ ਹਾਂ ਕਿ ਜਿੰਨਾ ਆਪਾਂ ਪੜ੍ਹਿਆ ਉਹਦੇ ਨਾਲ ਆਪਣਾ ਸਰ ਰਿਹਾ ਨਾ, ਜੋ ਵੀ ਆਪਾਂ ਕੀਤਾ ਚੀਜ਼ਾਂ, ਜੋ ਵੀ ਆਪਾਂ ਪੜ੍ਹੀਆਂ ਨੇ ਉਹਨਾਂ ਨਾਲ ਆਪਣਾ ਸਰਦਾ ਪਿਆ ਨਾ। ਦੇਖੋ ਆ ਕੁਐਸਚਨ ਹੁਣ ਮੈਂ ਘਰੇ ਤਾਂ ਬਣਾ ਨਹੀਂ ਸਕਦਾ 4 ਆਪਸ਼ਨ, ਇਹ ਵੀ ਮੈਂ ਕਿਤੋਂ ਚੱਕ ਹੀ ਲੈ ਕੇ ਆਇਆ ਹੋਵਾਂਗਾ, ਠੀਕ ਹੈ। ਤਾਂ ਦੇਖੋ ਸਰ ਤੁਹਾਨੂੰ ਕਮੈਂਟ ਸ਼ੋ ਨਹੀਂ ਹੋ ਰਹੇ ਸਾਰਿਆਂ ਦੇ, ਹੋ ਰਹੇ ਨੇ ਜੀ, ਹੋ ਰਹੇ ਨੇ ਤੁਹਾਡੇ ਸਭ ਦੇ ਸ਼ੋ ਹੋ ਰਹੇ ਨੇ, ਜੋ ਵੀ ਆਪਸ਼ਨ ਜੋ ਵੀ ਕਰ ਰਹੇ ਹੋ। ਵੈਸੇ ਮੇਰੇ ਵੱਲ ਦੀ ਤਾਂ ਸ਼ੋ ਹੋ ਰਹੇ ਨੇ, ਪਤਾ ਨਹੀਂ ਕਿਉਂ ਮਤਲਬ ਤੁਹਾਨੂੰ ਲੱਗ ਰਿਹਾ ਕਿ ਸ਼ੋ ਨਹੀਂ ਹੋ ਰਹੇ, ਬਟ ਮੈਨੂੰ ਸ਼ੋ ਹੋ ਰਹੇ ਨੇ, ਠੀਕ ਹੈ। ਤਾਂ ਡੀ ਆਪਸ਼ਨ ਇਹਦੀ ਕੀ ਹੈ, ਕਰੈਕਟ ਆਪਸ਼ਨ ਹੈ, ਕੰਪਾਊਂਡ ਐਪੀਥੀਲੀਅਮ ਸੈਲਸ। ਤਾਂ ਇਹ ਇੱਕ ਵਾਰ ਕਮੈਂਟ ਕਰਕੇ ਦੱਸੋ। ਅੱਛਾ ਕਮੈਂਟ ਕਰਕੇ ਦੱਸੋ, ਇੱਕ ਵਾਰ ਪਤਾ ਲੱਗ ਜਾਂਦਾ ਆਪਾਂ ਨੂੰ ਨੇ ਕਿ ਸ਼ੋ ਹੋ ਰਹੇ ਨੇ ਜਾਂ ਨਹੀਂ। ਜਲਦੀ ਕਮੈਂਟ ਕਰਿਓ ਕਿ ਇਹ ਸਮਝ ਲੱਗ ਗਈ ਸਭ ਨੂੰ, ਇਹ ਵਾਲੇ ਕੁਐਸਚਨ ਦੀ ਸਮਝ ਲੱਗੀ ਹੈ ਸਭ ਨੂੰ ਜੋ ਉਹਨੇ ਕਰਿਆ। ਹਾਂਜੀ ਹੋ ਰਹੇ ਨੇ ਸ਼ੋ ਜੀ, ਹੋ ਰਹੇ ਨੇ ਸ਼ੋ ਸਾਰਿਆਂ ਦੇ। ਹਾਂ ਹੁਣ ਆ ਰਿਹਾ, ਸਭ ਦਾ ਹੀ ਆ ਰਿਹਾ, ਠੀਕ ਹੈ ਜੀ। ਅੱਗੇ ਦੇਖੋ ਨੈਕਸਟ ਕੁਐਸਚਨ ਆਪਣਾ ਜਿਹੜਾ 6th ਕੁਐਸਚਨ ਹੈ, ਰੈਪਿਡ ਇਲੋਂਗੇਸ਼ਨ ਆਫ ਬੰਬੂ ਸਟੈਮ ਇਜ਼ ਡਿਊ ਟੂ। ਕਹਿੰਦੇ ਬੰਬੂ ਦੀ ਸਟੈਮ ਦੀ ਜਿਹੜੀ ਇਲੋਂਗੇਸ਼ਨ ਹੋ ਰਹੀ ਹੈ, ਬੰਬੂ ਦੀ ਸਟੈਮ ਜਿਹੜੀ ਵੱਧ ਰਹੀ ਹੈ, ਉਹ ਕਿਹਦੇ ਕਰਕੇ ਹੈ, ਲੇਟਰਲ ਮੈਰਿਸਟਮੈਟਿਕ ਕਰਕੇ, ਇੰਟਰਕੈਲਰੀ ਮੈਰਿਸਟਮੈਟਿਕ ਕਰਕੇ, ਐਪੀਕਲ ਕਰਕੇ, ਕੈਂਬੀਅਮ ਕਰਕੇ, ਜਾਂ ਨਨ ਆਫ ਦੀਜ਼, ਠੀਕ ਹੈ। ਜਲਦੀ 6th ਕੁਐਸਚਨ ਦਾ ਰਿਪਲਾਈ ਕਰੋ, ਕਿਹੜੀ ਆਪਸ਼ਨ ਤੁਹਾਡਾ ਸਹੀ ਕਰੈਕਟ ਆਪਸ਼ਨ ਬਣਦੀ ਹੈ। 6th ਦਾ ਸੀ ਕਹਿ ਰਹੇ ਹੋ, ਐਪੀਕਲ ਮੈਰਿਸਟਮ, ਠੀਕ ਹੈ, ਐਪੀਕਲ ਮੈਰਿਸਟਮ। ਨਵਜੋਤ ਜੀ 6th ਦਾ ਸੀ ਕਹਿ ਰਹੇ ਹੋ, ਸੀ। ਅੱਗੇ ਸੀ। ਅੱਛਾ ਮੈਂ ਹੁਣ ਨਾ ਇੱਕ ਗੱਲ ਕਹਿਣ ਲੱਗਿਆ, ਪਤਾ ਮਤਲਬ ਲਗਭਗ 6-7 ਕੇ ਜਣਿਆਂ ਨੇ ਕਮੈਂਟ ਕੀਤਾ ਹੋਣਾ, ਕਵਿਤਾ ਜਈਆ ਬੀ, ਹਾਂਜੀ 6-7 ਨੇ ਹੁਣ ਤੱਕ ਕਮੈਂਟ ਕੀਤਾ। ਸਿਰਫ ਇੱਕ ਹੀ ਪਰਸਨ ਦਾ ਜਿਹੜਾ ਆਨਸਰ ਹੈ ਉਹ ਸਹੀ ਆ ਰਿਹਾ, ਉਹ ਆਨਸਰ ਅੱਛਾ ਉਹਦਾ ਵੀ ਗਲਤ ਹੋ ਗਿਆ। ਅੱਛਾ ਕਦੀ ਕੁਛ ਕਹਿ ਰਹੇ ਹੋ, ਕਦੀ ਕੁਛ ਕਹਿ ਰਹੇ ਹੋ। 6 ਦਾ ਸਹੀ ਵਾਲਾ ਆਪਸ਼ਨ ਜਵਾਬ ਦਿਓ। ਕਰਨ ਕੰਬੋਜ ਬੀ ਕਹਿ ਰਹੇ ਨੇ। ਅੱਛਾ ਇਹਨਾਂ ਦੇ ਵਿੱਚ ਕਨਫਿਊਜ਼ਨ ਹੈ ਨਾ, ਬੀ ਤੇ ਸੀ ਦੇ ਵਿੱਚ। ਲੇਟਰਲ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਇਹਨਾਂ ਦਾ ਕੰਮ ਕੀ ਹੁੰਦਾ, ਚੌੜਾਈ, ਇਹਨਾਂ ਦਾ ਚੌੜਾ ਕਰਨਾ ਹੈ ਪਲਾਂਟ ਨੂੰ, ਯਾਨੀ ਕਿ ਉਹਦੀ ਵਿਡਥ ਨੂੰ ਵਧਾਉਣਾ ਹੈ, ਠੀਕ ਹੈ। ਇਹ ਕੀ ਕਹਿੰਦੇ ਨੇ, ਰੈਪਿਡ ਇਲੋਂਗੇਸ਼ਨ। ਅੱਛਾ ਪੰਮੂ ਵਾਰਵਲ, ਅੱਛਾ ਪੰਮੂ ਵਾਰਵਲ ਕਰਨ ਤੇ 1-2 ਹੋਰ ਦਾ ਵੀ ਮੇ ਬੀ ਪਹਿਲਾਂ ਗਲਤ ਜਵਾਬ ਸੀ, ਫਿਰ ਸਹੀ ਹੋ ਗਿਆ। ਤਾਂ ਹਾਂ ਇਹਦੀ ਜਿਹੜੀ ਕਰੈਕਟ ਆਪਸ਼ਨ ਹੈ ਆਪਣੀ ਕਿਹੜੀ ਹੈ, ਬੀ ਆਪਸ਼ਨ ਜਿਹੜੀ ਇਹਦੀ ਕਰੈਕਟ ਹੈ। ਅੱਛਾ ਦੇਖੋ ਹੁਣ ਕੋਈ ਬੰਦੇ ਕਹਿਣਗੇ ਕਿ ਰੈਪਿਡ ਇਲੋਂਗੇਸ਼ਨ ਹੋ ਰਹੀ ਹੈ ਬੰਬੂ ਦੀ ਸਟੈਮ ਵੱਧ ਰਹੀ ਹੈ, ਤਾਂ ਐਪੀਕਲ ਮੈਰਿਸਟੈਮ ਕਰਕੇ ਵੀ ਤਾਂ ਹੋ ਰਿਹਾ। ਐਪੀਕਲ ਮੈਰਿਸਟੈਮ ਪਤਾ ਨਾ ਕਿੱਥੇ ਸੀਗਾ, ਉੱਪਰ ਸ਼ੂਟ ਤੇ ਹੈ ਨਾ। ਐਪੀਕਲ ਮੈਰਿਸਟੈਮ ਕਿੱਥੇ ਸੀਗਾ, ਆ ਅਗਰ ਪਲਾਂਟ ਹੈ ਆਪਣਾ ਤਾਂ ਇੱਥੇ ਸ਼ੂਟ ਤੇ ਕੀ ਇਹ ਲੈਂਥ ਵਧਾਉਣਾ ਇਹਦੀ, ਹੈ ਨਾ। ਤਾਂ ਇੱਕ ਚੀਜ਼ ਮੈਂ ਦੱਸਦਾ,
हाँ जी, एपिकल मेरिस्टेम रूट ਤੇ ਸ਼ੂਟ ਤੇ ਹੁੰਦੇ ਆ ਤੇ ਲੈਂਥ ਵਧਾਉਂਦੇ ਆ। ਬਿਲਕੁਲ ਬਿਲਕੁਲ ਤੁਸੀਂ ਜੋ ਨਵਜੋਤ ਕੰਬੋਜ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਕਿ ਹਾਂ ਰੂਟ ਤੇ ਸ਼ੂਟ ਤੇ ਹੁੰਦੇ ਆ ਤੇ ਲੈਂਥ ਵਧਾਉਂਦੇ ਆ। ਬਟ ਹੁਣ ਇੱਕ ਚੀਜ਼ ਸੁਣੋ, ਇਹਦੇ ਵਿੱਚ ਹੀ ਅੱਗੇ ਸ਼ਾਇਦ ਮੇ ਵੀ ਇੱਕ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ। ਅਗਰ ਮੈਂ ਇਹ ਵਾਲੀ ਨੂੰ ਹਟਾ ਦਾਂ, ਉੱਪਰ ਵਾਲੀ ਸ਼ੂਟ ਨੂੰ ਹਟਾ ਦਾਂ, ਠੀਕ ਹੈ, ਉੱਪਰ ਵਾਲੀ ਸ਼ੂਟ ਨੂੰ ਅਗਰ ਮੈਂ ਹਟਾ ਦਾਂ, ਤੋੜ ਦਾਂ ਉੱਪਰ ਵਾਲੀ ਸ਼ੂਟ ਨੂੰ, ਫਿਰ ਵੀ ਇਹਦੀ ਲੈਂਥ ਵਧੇਗੀ। ਉਹ ਪਤਾ ਕਿਹਦੇ ਕਰਕੇ? ਇੰਟਰ ਕੈਲਰੀ ਮੈਰਿਸਟੈਮ ਕਰਕੇ। ਮੈਂ ਉਸ ਦਿਨ ਵੀ ਸ਼ਾਇਦ ਐਵੇਂ ਬਣਾਇਆ ਵੀ ਸੀਗਾ ਕਿ ਦੋ ਨੋਟਸ ਦੀ ਲੈਂਥ ਨੂੰ ਵਿੱਚ ਵਾਲੀ ਜਿਹੜੀ ਲੈਂਥ ਹੁੰਦੀ ਹੈ ਇਹਨੂੰ ਵਧਾਉਣ ਦਾ ਕੰਮ ਕਿਹਦਾ ਹੁੰਦਾ? ਇੰਟਰ ਕੈਲਰੀ ਮੈਰਿਸਟੈਮ ਦਾ। ਹੁਣ ਦੇਖੋ ਇਹ ਜੇ ਇਹਦੀ ਲੈਂਥ ਵਧਾਏਗਾ ਤਾਂ ਆਪਣੇ ਆਪ ਹੀ ਤਾਂ ਲੰਬਾ ਵੀ ਤਾਂ ਹੋਇਆ ਨਾ ਫਿਰ ਉਹ ਚੀਜ਼ ਆਪਣੇ ਆਪ। ਅਗਰ ਨੋਟਸ ਦੀ ਲੈਂਥ ਵੱਧ ਜਾਏਗੀ ਤਾਂ ਉਹ ਅੱਗੇ ਲੰਬਾ ਵੀ ਤਾਂ ਹੋਏਗਾ ਉਹ ਪਲਾਂਟ, ਜੋ ਵੀ ਆਪਣਾ ਸਟੈਮ ਲੰਬੀ ਵੀ ਤਾਂ ਹੋਏਗੀ ਨਾ। ਜਦੋਂ ਦੋ ਨੋਟਸ ਦੇ ਵਿੱਚ ਦੀ ਦੂਰੀ ਵੱਧ ਗਈ ਯਾਨੀ ਕਿ ਐਂਟੀ ਨੋਟਸ ਦਾ ਜਿਹੜਾ ਡਿਸਟੈਂਸ ਉਹ ਵੱਧ ਰਿਹਾ ਐਵੇਂ ਪਹਿਲਾਂ ਛੋਟਾ ਸੀ ਫਿਰ ਵੱਧ ਰਿਹਾ ਤਾਂ ਐਕਚੁਅਲ ਚ ਦੇ ਵਿੱਚ ਤਾਂ ਕੀ ਹੋ ਰਿਹਾ? ਉਹ ਸਟੈਮ ਦੀ ਵੀ ਤਾਂ ਲੈਂਥ ਵੱਧ ਰਹੀ ਹੈ ਨਾ, ਠੀਕ ਹੈ। ਤਾਂ ਇੰਟਰ ਕੈਲਰੀ ਮੈਰਿਸਟੈਮ ਜਿਹੜਾ ਹੈ, ਠੀਕ ਹੈ, ਇਹ ਮੇਨਲੀ ਅਗਰ ਮਤਲਬ ਦੋਨਾਂ ਦੇ ਵਿੱਚੋਂ ਇੱਕ ਨੂੰ ਚੂਜ਼ ਕਰਨਾ ਪਏ ਕਿ ਲੈਂਥ ਨੂੰ ਕੌਣ ਵਧਾ ਰਿਹਾ, ਤਾਂ ਇੰਟਰ ਕੈਲਰੀ ਮੈਰਿਸਟੈਮ ਨੂੰ ਚੂਜ਼ ਕਰੋਗੇ ਕਿਉਂਕਿ ਉਹਦੇ ਬਿਨਾ ਸਰ ਸਕਦਾ ਹੈ ਐਪੀਕਲ ਮੈਰਿਸਟੈਮ ਬਿਨਾ, ਪਰ ਇੰਟਰ ਕੈਲਰੀ ਮੈਰਿਸਟੈਮ ਬਿਨਾ ਨਹੀਂ ਸਰ ਸਕਦਾ। ਠੀਕ ਹੈ, ਸਮਝ ਲਓ ਇਸ ਚੀਜ਼ ਨੂੰ। ਇੰਟਰ ਕੈਲਰੀ ਮੈਰਿਸਟੈਮ ਬਿਨਾ ਨਹੀਂ ਸਰ ਸਕਦਾ, ਐਪੀਕਲ ਮੈਰਿਸਟੈਮ ਬਿਨਾ ਸਰ ਸਕਦਾ ਕਿਉਂਕਿ ਉਹ ਕੀ ਕਰੇਗਾ? ਉਹ ਲੈਂਥ ਨੂੰ ਵਧਾਏਗਾ ਅੱਗੇ ਅੱਗੇ। ਉਹ ਦੇਖਿਆ ਨਾ, ਦੇਖੋ ਗੰਨਾ ਹੈ, ਮੰਨ ਲਓ ਗੰਨੇ ਦੇ ਉੱਪਰ ਉਹ ਪੱਤੇ ਹੁੰਦੇ ਨਾ, ਤਾਂ ਪੱਤਿਆਂ ਦੀ ਲੈਂਥ ਨੂੰ ਅੱਗੇ ਵਧਾਈ ਜਾਏਗਾ, ਪੱਤਿਆਂ ਦੀ ਲੈਂਥ ਨੂੰ ਅੱਗੇ ਵਧਾਈ ਜਾਏਗਾ। ਉਹ ਗ੍ਰੀਨ ਪਾਰਟ ਨੂੰ ਅੱਗੇ ਚੱਕੀ ਜਾਏਗਾ, ਹੋਰ ਚੱਕੀ ਜਾਏਗਾ, ਉੱਤੇ ਪੱਤੇ ਪੁੱਤੇ ਵਧਾਈ ਜਾਏਗਾ ਅੱਗੇ। ਬਟ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਸਟੈਮ ਦੀ ਲੈਂਥ ਦੀ ਗੱਲ ਕਰ ਰਹੇ ਹਾਂ। ਤਾਂ ਸਟੈਮ ਦੀ ਲੈਂਥ ਨੂੰ ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਇਹਨਾਂ ਨੂੰ ਨੋਟਸ ਨੂੰ ਅੱਗੇ ਐਵੇਂ ਵਧਾਉਣ ਦਾ, ਸਟੈਮ ਦੀ ਲੈਂਥ ਨੂੰ ਵਧਾਉਣ ਦਾ ਕੰਮ ਕਿਹਦਾ ਹੁੰਦਾ? ਇੰਟਰ ਕੈਲਰੀ ਮੈਰਿਸਟੈਮ ਦਾ। ਠੀਕ ਹੈ, ਤੇ ਦੇਖੋ ਅਗਰ ਆਪਾਂ ਸਹੀ ਤਰੀਕੇ ਨਾਲ ਨਾ ਇਹ ਦੇਖਿਆ ਹੁੰਦਾ ਉਸ ਦਿਨ ਤਾਂ ਆਪਾਂ ਨੂੰ ਇਹ ਕਲੀਅਰ ਨਹੀਂ ਹੋਣਾ ਸੀ। ਠੀਕ ਹੈ, ਹੁਣ ਦੇਖ ਲਓ ਇੰਟਰ ਕੈਲਰੀ ਮੈਰਿਸਟੈਮ ਆਂਸਰ ਆਣਾ ਸੀ ਜਵਾਬ ਨਾ ਦਿਓ। ਠੀਕ ਹੈ, ਬੀ ਆਪਸ਼ਨ ਸਹੀ ਆਂਸਰ ਆਣੀ ਇਹਦੀ। ਅਰੇ ਇਹ ਆਪਸ਼ਨ ਕਿਵੇਂ ਆ ਜਾਏਗਾ? ਲੇਟਰਲ ਤਾਂ ਚੌੜਾਈ ਨੂੰ ਵਧਾਉਂਦਾ ਹੈ, ਲੇਟਰਲ ਤਾਂ ਵਿਡਥ ਵਧਾਉਂਦਾ, ਲੇਟਰਲ ਮੈਰਿਸਟੈਮ ਤਾਂ ਇਹ ਤਾਂ ਆਪਸ਼ਨ ਆ ਹੀ ਨਹੀਂ ਸਕਦੀ ਕਦੇ ਵੀ। ਠੀਕ ਹੈ, ਸਮਝ ਲੱਗ ਗਈ ਨਾ? ਮਤਲਬ ਧਿਆਨ ਨਾਲ ਦੇਖੋ ਐਪੀਕਲ ਮੈਰਿਸਟੈਮ ਦਾ ਕੰਮ ਕੀ ਹੁੰਦਾ ਹੈ, ਸਮਝ ਲਓ ਪੱਤਿਆਂ ਦੀ ਲੈਂਥ ਨੂੰ ਅੱਗੇ ਵਧਾਈ ਜਾਏਗਾ, ਉਹ ਟਾਹਣੀਆਂ ਜਿਹੜੀਆਂ ਉੱਤੇ ਹੁੰਦੀਆਂ ਉਹਨਾਂ ਨੂੰ ਵਧਾਈ ਜਾਏਗਾ। ਬਟ ਆਪਾਂ ਕਿਹਦੀ ਲੈਂਥ ਵਧਾਣੀ ਹੈ? ਸਟੈਮ ਦੀ ਲੈਂਥ ਵਧਾਣੀ ਹੈ। ਤਾਂ ਸਟੈਮ ਦੀ ਲੈਂਥ ਵੱਧ ਗਈ ਨਾ, ਜਦੋਂ ਇੱਥੇ ਦੋ ਨੋਟਸ ਦੇ ਵਿੱਚ ਦਾ ਡਿਸਟੈਂਸ ਵਧੇਗਾ ਤਾਂ ਸਟੈਮ ਦੀ ਲੈਂਥ ਹੀ ਤਾਂ ਵੱਧ ਰਹੀ ਹੈ, ਹੋਰ ਕੀ ਹੋ ਰਿਹਾ ਹੈ? ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਆਪਣੀ ਆਪਸ਼ਨ ਸਹੀ ਆਏਗੀ ਉਹ ਕਿਹੜੀ ਆਏਗੀ? ਇੰਟਰ ਕੈਲਰੀ ਮੈਰਿਸਟੈਮ। ਠੀਕ ਹੈ, ਤਾਂ ਅੱਗੇ ਦੇਖੋ ਆ ਗਿਆ ਨਾ ਉਹੀ ਕੁਐਸਚਨ। ਸਰ ਉਹ 7 ਕੁਐਸਚਨ ਦਾ ਆਨਸਰ ਦੇ ਰਹੇ ਨੇ। ਅੱਛਾ, ਉਹ 7 ਕੁਐਸਚਨ ਦਾ ਆਨਸਰ ਦੇ ਰਹੇ ਜੀ। ਅੱਛਾ, ਪਹਿਲਾਂ ਇੱਕ ਗੱਲ ਦੱਸੋ, 6th ਦਾ ਕਲੀਅਰ ਹੈ ਨਾ ਸਭ ਨੂੰ? 6th ਕੁਐਸਚਨ ਦਾ ਆਨਸਰ ਸਭ ਨੂੰ ਕਲੀਅਰ ਹੈ ਨਾ? ਠੀਕ ਹੈ, ਅੱਗੇ ਦੇਖੋ ਨੋਡ ਆਫ ਰਣਵੀਰ, ਨੋਡ ਆਫ ਰਣਵੀਰ ਆਰ ਫਾਊਂਡ ਇਨ। ਹੁਣ ਦੇਖੋ ਅਗਰ ਤੁਸੀਂ ਇਹ ਚੀਜ਼ ਨਾ ਦੇਖੀ ਹੁੰਦੀ ਰਣਵੀਰ ਸਿੰਘ ਵਾਲਾ, ਅਗਰ ਰਣਵੀਰ ਸਿੰਘ ਨਾ ਦੇਖਿਆ ਹੁੰਦਾ ਕੀ ਇਹ ਕੁਐਸਚਨ ਦਾ ਸਹੀ ਜਵਾਬ ਆ ਸਕਦਾ ਸੀ ਕਦੇ? ਹੁਣ ਮਿੰਟੋ ਮਿੰਟੀ ਕਹਿ ਰਹੇ ਹੋ ਨਾ ਨਰਵ ਸੈੱਲ, ਜਲਦੀ ਜਲਦੀ ਜਵਾਬ ਦੇ ਰਹੇ ਹੋ ਸਾਰੇ ਜਣੇ। ਬਟ ਅਗਰ ਆਪਾਂ ਨੂੰ ਇਹ ਪਤਾ ਹੀ ਨਾ ਹੁੰਦਾ ਨੋਡ ਆਫ ਰਣਵੀਰ ਕਹਿੰਦੇ ਕਿਹਨੂੰ ਹੈ, ਅਗਰ ਆਪਾਂ ਉਹ ਡਾਇਗਰਾਮ 'ਚ ਨਾ ਦੇਖਦੇ, ਠੀਕ ਹੈ, ਤਾਂ ਫਿਰ ਤਾਂ ਆਪਾਂ ਨੂੰ ਕਦੇ ਪਤਾ ਹੀ ਨਹੀਂ ਲੱਗਣਾ ਸੀ ਵੀ ਇਹਨਾਂ 'ਚ ਕਿਹੜੀ ਆਪਸ਼ਨ ਹੁਣ ਟਿਕ ਕਰੀਏ। ਤਾਂ ਸਿੱਧਾ ਸਿੱਧਾ ਇਹ ਤਾਂ ਸਿੱਧਾ ਸਿੱਧਾ ਹੀ ਹੈ ਨਾ, ਨਰਵ ਸੈਲਸ। ਨੋਡ ਆਫ ਰਣਵੀਰ ਕਿੱਥੇ ਹੁੰਦੀਆਂ ਨੇ? ਨਰਵ ਸੈਲਸ ਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਅੱਗੇ ਦੇਖੋ ਦਾ ਫੰਕਸ਼ਨ ਆਫ ਡਿਸਮੈਂਟਲਿੰਗ ਐਂਡ ਰੀਸਾਈਕਲਿੰਗ ਇਨ ਏ ਸੈੱਲ ਅੰਡਰਟੇਕਨ ਬਾਏ। ਜਲਦੀ ਜਲਦੀ ਦੋ ਕੁਐਸਚਨ ਰਹਿ ਗਏ ਨੇ ਆਪਣੇ, ਆਪਾਂ ਉਹਨਾਂ ਨੂੰ ਜਲਦੀ ਕੰਪਲੀਟ ਕਰਨਾ। ਦਾ ਫੰਕਸ਼ਨ ਆਫ ਡਿਸਮੈਂਟਲਿੰਗ ਐਂਡ ਰੀਸਾਈਕਲਿੰਗ ਇਨ ਏ ਸੈੱਲ ਇਜ਼ ਅੰਡਰਟੇਕਨ ਬਾਏ। ਆਹ ਦੇਖਦੇ ਆ ਕੁਐਸਚਨ ਦਾ ਸਹੀ ਜਵਾਬ ਕਿਹੜਾ ਪਰਸਨ ਦਿੰਦਾ ਹੈ, ਕਿਹੜਾ ਪਰਸਨ ਹੈ ਜਿਹੜਾ, ਕਿਹੜਾ ਸੂਰਮਾ ਨਿੱਤਰਦਾ ਹੈ ਜਿਹੜਾ ਸਹੀ ਜਵਾਬ ਦਿੰਦਾ ਇਸ ਕੁਐਸਚਨ ਦਾ। ਦੇਖਦੇ ਹਾਂ, ਦਾ ਫੰਕਸ਼ਨ ਆਫ ਡਿਸਮੈਂਟਲਿੰਗ ਐਂਡ ਰੀਸਾਈਕਲਿੰਗ ਇਨ ਏ ਸੈੱਲ ਇਸ ਅੰਡਰਟੇਕਨ ਬਾਏ, ਯਾਨੀ ਕਿ ਡਿਸਮੈਂਟਲਿੰਗ ਤੇ ਰੀਸਾਈਕਲਿੰਗ ਦਾ ਕੰਮ ਸੈੱਲ ਦੇ ਵਿੱਚ ਕੌਣ ਕਰ ਰਿਹਾ? ਨਿਊਕਲੀਅਸ ਕਰ ਰਿਹਾ, ਕ੍ਰੋਮੋਸੋਮ ਕਰ ਰਹੀਆਂ ਨੇ, ਲਾਈਜ਼ੋਸੋਮਸ ਕਰ ਰਹੇ ਨੇ, ਜਾਂ ਫਿਰ ਮਾਈਟੋਕੌਂਡਰੀਆ ਕਰ ਰਿਹਾ ਹੈ, ਜਾਂ ਫਿਰ ਨਨ ਆਫ ਥੀਸ। ਡਿਸਮੈਂਟਲਿੰਗ ਤੇ ਰੀਸਾਈਕਲਿੰਗ, ਰੀਸਾਈਕਲਿੰਗ ਦਾ ਤਾਂ ਮਤਲਬ ਤੁਹਾਨੂੰ ਪਤਾ ਹੋਏਗਾ, ਡਿਸਮੈਂਟਲਿੰਗ ਮਤਲਬ ਖਤਮ, ਡਿਸਮੈਂਟਲਿੰਗ ਦਾ ਮਤਲਬ ਹੁੰਦਾ ਖਤਮ। ਰੀਸਾਈਕਲਿੰਗ ਦਾ ਤਾਂ ਮਤਲਬ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ। ਰੀਸਾਈਕਲਿੰਗ ਤੁਹਾਨੂੰ ਕਾਮਨ ਜਿਹਾ ਵਰਡ ਹੈ, ਤਾਂ ਸਭ ਨੂੰ ਹੀ ਪਤਾ ਹੁੰਦਾ ਹੈ ਰੀਸਾਈਕਲਿੰਗ ਦਾ। ਤਾਂ ਡਿਸਮੈਂਟਲਿੰਗ ਦਾ ਮਤਲਬ ਹੁੰਦਾ ਖਤਮ। ਠੀਕ ਹੈ, ਦਾ ਫੰਕਸ਼ਨ ਆਫ ਡਿਸਮੈਂਟਲਿੰਗ ਐਂਡ ਰੀਸਾਈਕਲਿੰਗ ਇਨ ਏ ਸੈੱਲ ਇਜ਼ ਅੰਡਰਟੇਕਨ ਬਾਏ। ए ऑप्शन है न्यूक्लियस, बी ऑप्शन है क्रोमोसोम्स, सी ऑप्शन है लाइसोसोम्स, डी ऑप्शन है माइटोकॉन्ड्रिया एंड ई ऑप्शन है नन ऑफ दीज।
ए जल्दी 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 कमेंट करो। सी ए हाँ जी, विकास सिंध सी, करण कंबोज सी, मनदीप ए, अनमोल ए, पूजा कंबोज सी। अच्छा, करण, पूजा, विकास, ठीक है। हुण तक ये 3 परसन ने। कविता जईया फिर गलत। हुण तक ये 3 परसन ने सही जवाब दिता है, करण, पूजा ते विकास, ठीक है। आ सी ऑप्शन है जी तुहाडी करैक्ट आंसर है। अरे ध्यान नाल देखो एक बार, पता नहीं ए क्यों ऑप्शन दे रहे हो। अरे न्यूक्लियस ने तो कंट्रोल करना है सारे सारे फंक्शनां नूं। देखो ये ध्यान नाल सुनो तुसीं एक बार क्वेश्चन की कह रहे हैं। द फंक्शन ऑफ डिसमैंटलिंग, मैं एक वर्ड भी बोल रहा विच डिसमैंटलिंग का मतलब की हुंदा है खत्म। तो तुसीं दसो लाइसोसोम्स सफाई नहीं करते सी सैल दी? लाइसोसोम्स की करते सी? सफाई नहीं करते सी। मैं एवें क्या, एवें भी लिखिया सी, गारबेज बैग्स भी लिखिया सी, जिथे लिखिया सी नाल जदों आपां इहनूं एक वर्ड दिता सी, की दिता सी वर्ड? सुसाइडल बैग्स ते गारबेज बैग्स। मैं एवें क्या सी, लिफाफे जिहंदे ने गंदगी नूं रीसाइकलिंग, गंदगी नूं साफ करना, ते दूसरा डिसमैंटलिंग यानी कि खत्म करना उन्होंने। तो हाँ जी, न्यूक्लियस विच तो क्रोमोसोम्स होंदे ने, बिल्कुल न्यूक्लियस च क्रोमोसोम्स होंदे ने, बट क्वेश्चन तो पढ़ लो, क्वेश्चन की है ना। क्वेश्चन तो अपना देखो, क्वेश्चन की है, फंक्शन ऑफ डिसमैंटलिंग एंड रीसाइकलिंग इन ए सैल। कहते रीसाइकलिंग ते डिसमैंटलिंग का काम सैल दे विच कौन कर रहा? लाइसोसोम्स कर रहे हैं भाई, ठीक है। लाइसोसोम्स की करते हैं? रीसाइकलिंग करते हैं, गंदगी नूं साफ करते हैं। रीसाइकलिंग का मतलब भी तो ही होंदा गंदगी नूं साफ करना। डिसमैंटलिंग का मतलब की होंदा खत्म करना, ठीक है। तो गंदगी नूं साफ करना ते खत्म करने का काम कौन कर रहे हैं सैल दे विच? मैं लिखिया भी सी नाल गारबेज बैग्स। हुण भी खोल के देख लिओ पिछला PDF जिहड़ा भेजा गया सीगा जदों आपां ये टॉपिक करवाया सी, नाल एवें लिखिया गया सीगा सुसाइडल बैग्स ते गारबेज बैग्स। गंदगी नूं साफ करने वाला, सैल दी सफाई करने वाले बंदे किहड़े ने? लाइसोसोम्स। तो इनका ऑप्शन सही जी ऑप्शन है इहदी किहड़ी है? लाइसोसोम्स, ठीक है। तो अगे देखो, डैश इज नॉट फाउंड इन एक्साइलम टिशू। हुण आह वालियां चीज़ां नहीं दसिया गई। एक बार अगर किसी को कुछ पता है तो इहदे बारे कमेंट करो, नहीं तो आपां इहदे बारे करते हैं। अगर किसी को इस चीज़ बारे पता है तो कमेंट कर दो, नहीं तो फिर आप अगे करते हैं। 9th का ए, 9th का ए ऑप्शन कह रहे हो, 9th की ए ऑप्शन, ठीक है ठीक है। 9th की ए ऑप्शन हाँ आही करैक्ट है। कहते किहड़ी चीज़ इन्हां दे विच फाउंड नहीं हुंदी एक्साइलम टिशू दे विच। अच्छा पहला तो मैं एक चीज़ दसदा कि जिहड़ा अपना एक्साइलम टिशू हुंदा है, ठीक है, ये चीज़ नहीं दसी हुई, मैं दस देना इत्थे, ठीक है। काफ़ी नूं शायद पता भी होएगा, काफ़ी जणियां नूं, बट ये चीज़ मैं दसी नहीं हुई, मैं इत्थे दस देना। एक्साइलम टिशू जिहड़ा एक्साइलम टिशू दे विच 4 टाइप के सैल्स हुंदे ने, ठीक है। एक्साइलम टिशू दे विच 4 टाइप के सैल्स हुंदे ने। वो किहड़े? एक्साइलम, पैरनकाइमा, इत्थे 3 तो लिखे ही हुए ने, 3 किहड़े ने? एक्साइलम पैरनकाइमा, ट्रैचिड्स ते वैसल्स। ये 3 टाइप के हो गए। एक्साइलम टिशू दे विच 4 टाइप के सैल्स पाए जाते हैं। 3 तो इत्थे लिखे हुए हैं, किहड़े 3? एक्साइलम पैरनकाइमा, ट्रैचिड्स ते वैसल्स, ये 3 हो गए। चौथा की हुंदा है? एक्साइलम फाइबर, ठीक है। ये 4 टाइप के सैल किंदे विच हुंदे ने? एक्साइलम टिशू दे विच। नोट कर लो एक बार, 4 टाइप के सैल हुंदे ने एक्साइलम टिशू दे विच। किहड़े 4? 3 तो इत्थे लिखे हुए हैं, एक्साइलम पैरनकाइमा, ट्रैचिड्स, वैसल्स ते एक नाल किहड़ा अपने कोल? एक्साइलम फाइबर, ठीक है। उवें ही हुण फ्लोएम है जिहड़ा अपने कोल, फ्लोएम दे विच भी, फ्लोएम जिहड़ा अपने कोल हुंदा है, फ्लोएम दे विच भी की है अपने कोल 4 टाइप के सैल्स हुंदे ने। वो 4 टाइप के वो भी इहदे नाल ही नोट कर लो, ठीक है। वो किहड़ा है? सीव ट्यूब्स, फर्स्ट किहड़ा? सीव ट्यूब्स। सैकेंड लिख लो कंपैनियन सैल्स, कंपैनियन सैल्स। थर्ड है अपने कोल फ्लोएम फाइबर, फ्लोएम फाइबर। ते फोर्थ है अपने कोल, थर्ड है अपने कोल फ्लोएम फाइबर, ते फोर्थ है अपने कोल फ्लोएम पैरनकाइमा, पैरनकाइमा, ठीक है। एक ही चीज़ां ने, फ्लोएम जिहड़ा टिशू है तो एक्साइलम जिहड़ा टिशू है, इन्हां दे अंदर 4 टाइप के सैल्स ने अगे इन्हां दी स्ट्रक्चर के अंदर, ठीक है। वो किहड़े ने? सीव ट्यूब्स ने। फ्लोएम के अंदर किहड़े ने? सीव ट्यूब्स, कंपैनियन सैल्स, फ्लोएम फाइबर ते
ਫਲੋਇਮ ਪੈਰਨਕਾਈਮਾ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕਿਹੜੇ ਨੇ ਐਗਜ਼ਾਈਲਮ ਦੇ ਵਿੱਚ ਕਿਹੜੇ ਨੇ ਐਗਜ਼ਾਈਲਮ ਪੈਰਨਕਾਈਮਾ, ਟ੍ਰੈਚਿਡਸ, ਵੈਸਲਸ ਤੇ ਐਗਜ਼ਾਈਲਮ ਫਾਈਬਰ। ਠੀਕ ਹੈ, ਇਹਨਾਂ ਸਾਰਿਆਂ ਦੇ ਅੱਗੇ ਆਪਣੇ ਆਪਣੇ ਫੰਕਸ਼ਨਸ ਨੇ, ਉਹ ਬਾਹਲਾ ਜ਼ਿਆਦਾ ਡੀਪ 'ਚ ਜਾਣ ਦੀ ਲੋੜ ਨਹੀਂ ਗੀ, ਬਸ ਜਸਟ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਅੱਗੇ ਕਿਹੜੀਆਂ ਕਿਹੜੀਆਂ 4 ਟਾਈਪ ਦੇ ਸੈਲਸ ਹੈਗੇ ਨੇ ਐਗਜ਼ਾਈਲਮ ਦੇ